ਜਦੋਂ ਝੁੱਕ ਕੇ ਪੇਸ਼ੈਂਟ ਨੂੰ ਨੀਡਲਿੰਗ ਕਰੀਦੀ ਹੈ ਬਹੁਤ ਯਾਨੀ ਕਿ ਪੇਸ਼ੈਂਟ ਤੋਂ ਜਦੋਂ ਉੱਠਦੇ ਨੇ ਤੇ ਬਹੁਤ ਬੈਕ ਪੇਨ ਕਰਦੀ ਹੈ। ਬੈਕ ਜਿਹੜੀ ਦੁਖ ਰਹੀ ਹੈ ਇਟ ਮੀਨਸ ਇਹਦੇ ਵਾਸਤੇ ਰੈਡੀ ਨਹੀਂ ਹੈ ਟ੍ਰੀਟਮੈਂਟ। ਮੋਢੇ 'ਚ ਹੈ ਪੂਰਾ ਜੋੜ ਲੈ ਕੇ ਇੱਥੋਂ ਨਸ ਲੈ ਕੇ ਤੇ ਰਾਤ ਨੂੰ ਇੱਕ ਸਾਈਡ ਪੂਰੇ ਦਰਦ ਰਹਿੰਦਾ ਮੋਢੇ 'ਚ। ਕੀ ਬੱਚੇ ਕੀ ਕਰਦੇ ਹੋ ਤੁਸੀਂ? ਮੈਂ ਸਟਿਚਿੰਗ ਦਾ ਕੰਮ ਕਰਦੀ। ਇਹਨਾਂ ਦਾ ਪੋਸਚਰ ਹੀ ਇਦਾਂ ਦਾ ਪ੍ਰੋਲੋਂਗਡ ਬੈਠੇ ਆ, ਵਾਈਬ੍ਰੇਸ਼ਨ ਵਾਲਾ ਕੰਮ ਤੁਸੀਂ ਕਰ ਰਹੇ ਹੋ, ਦੈਟਸ ਉਹ ਵਾਲਾ, ਤੇ ਇੱਥੇ ਵੀਰ ਟੀਅਰ ਆਣਾ ਹੀ ਆਣਾ। 1.5 ਸਾਲ ਪਹਿਲਾਂ ਗਿਰੇ ਸੀ। ਹਾਂਜੀ ਕਿੰਨੇ ਸੂਟ ਲੈ ਲਏ ਆ? ਸੂਟ ਤਾਂ ਲੈ ਨੇ 5-6 ਤਾਂ ਲੈ ਹੀ ਲਏ ਹੋਣਗੇ ਘੱਟੋ ਘੱਟ। ਮੈਂ ਮੰਨ ਲੈਣਾ 6 ਸੂਟ 2-2000 ਦੇ, ਸਸਤੇ ਤੋਂ ਸਸਤਾ 12-14 ਹਜ਼ਾਰ ਤਾਂ ਖਰਚਦੇ। MRI ਤਾਂ ਨਹੀਂ ਖਰਚਣਾ ਜੀ ਇਹਨਾਂ ਨੇ। ਦੇਖੋ ਅਸੀਂ ਕਹਿੰਦੇ ਵੀ ਨਹੀਂ ਐਮਆਰਆਈ, ਬਟ ਐਕਸਰੇ ਕਰਾ ਲਓ। ਕੀ ਸਮੱਸਿਆ ਹੈਗੀ ਹੈ? ਇਹੀ ਹੈ ਬੈਕ ਪੇਨ ਹੈ ਤੇ ਨੈਕ ਪੇਨ ਹੈ। ਇੰਨੀ ਘੱਟ ਉਮਰ 'ਚ ਪੈਨ ਹੈਗੀ ਹੈ? ਇਹ ਹੁਣੇ ਹੋਣ ਲੱਗਿਆ ਨਹੀਂ ਜੌਬ ਸੈਟਿੰਗ ਹੈ ਐਕਚੁਅਲੀ। ਮੈਂ ਤਾਂ ਹੀ ਕਹਿ ਰਿਹਾ ਕਿ ਇਟਸ ਹਾਈ ਟਾਈਮ ਕਿ ਆਪਾਂ ਬੈਕ ਦਾ ਧਿਆਨ ਰੱਖਣਾ ਸ਼ੁਰੂ ਕਰ ਦਈਏ। ਨਾ ਮੋਬਾਈਲ ਬਹੁਤ ਯੂਜ਼ ਕਰਦੇ ਆ। ਹੁਣ ਮੋਬਾਈਲ ਯੂਜ਼ ਕਰਨ ਦਾ ਸਾਡੇ ਸਪਾਈਨ ਤੇ ਕੀ ਅਸਰ ਪੈਂਦਾ? ਫੋਨ ਤੇ ਲਗਾਤਾਰ ਲੱਗੇ ਹੋਏ ਘੰਟਾ ਇੱਧਰ ਰਹਿ ਗਿਆ, ਬਾਅਦ ਚ ਇੱਕਦਮ ਥੋੜਾ ਧਿਆਨ ਹਟਿਆ, ਉੱਠੇ ਪਤਾ ਲੱਗਿਆ ਤੇ ਦਰਦ ਸ਼ੁਰੂ ਹੋ ਗਿਆ। ਰੀੜ੍ਹ ਦੀ ਹੱਡੀ 'ਚ ਸਮੱਸਿਆ ਹੈਗੀ ਹੈ ਤਾਂ ਉਹ ਕਿਤੇ ਨਾ ਕਿਤੇ ਦਿਮਾਗ ਤੋਂ ਜੁੜੀ ਹੋਈ ਆ ਰਹੀ ਹੈ। ਦਿਮਾਗ ਨੇ ਆਪਣੀਆਂ ਨਸਿਜ਼ ਉਹ ਤੁਹਾਨੂੰ ਦਿੱਤੀਆਂ, ਉਹ ਇੱਕ ਕਵਚ ਹੈ ਰੀੜ੍ਹ ਦੀ ਹੱਡੀ ਹੈ ਇੱਕ, ਉਹਦੇ ਵਿੱਚ ਇੱਕ ਕਨਾਲ ਹੁੰਦੀ ਹੈ ਜਿਹਦੇ ਚੋਂ ਦਿਮਾਗ ਦੀ ਨਸ ਉੱਤਰ ਕੇ ਥੱਲੇ ਆਉਂਦੀ ਹੈ। ਇੱਕ ਮੇਨ ਵਾਇਰ ਇੱਕ ਪਾਈਪ ਚ ਆ ਰਹੀ ਹੈ, ਪਾਈਪ ਉਹਦੀ ਇੰਨੀ ਸਟਰੋਂਗ ਹੈ ਉਹ ਮਣਕਿਆਂ ਦੇ ਵਿੱਚ ਹੈ। ਮੇਰੀ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਹੋਊਗਾ, ਪਤਾ ਨਹੀਂ ਕਿੰਨੀਆਂ ਕੈਂਚੀਆਂ ਲਾਣਗੇ, ਕਿੰਨੇ ਕ ਟਾਂਕੇ ਲਾਣਗੇ। ਅੱਜ ਕੱਲ ਜੋ ਟੈਕਨੀਕ ਹੈ ਛੋਟੇ ਚੀਰੇ ਦੀ। NRIਆਂ ਵਾਸਤੇ ਕੋਈ ਤੁਸੀਂ ਇੰਟਰਨੈਸ਼ਨਲ ਜੋ ਵੀ ਹੈ ਕਾਲ ਕੰਸਲਟਸ ਦੇ ਥਰੂ ਅਸੀਂ ਸਾਰੇ ਪੇਸ਼ੈਂਟਸ ਨੂੰ ਜਿਹੜੀ ਹੈਗੀ ਸਾਰੀ ਜਾਣਕਾਰੀ ਦਿੰਨੇ ਆ। ਅਸੀਂ ਉਹਨਾਂ ਤੋਂ ਰਿਪੋਰਟਸ ਮੰਗਵਾਉਂਦੇ ਆ, ਦੈਨ ਡਾਕਟਰ ਨਾਲ ਅਸੀਂ ਫ੍ਰੀ ਕੰਸਲਟ ਕਰਵਾਉਂਦੇ ਆ। ਹੈਲਥ ਕਾਰਡ ਵਾਲਿਆਂ ਦੇ ਲਈ ਕੀ ਫੈਸਿਲਿਟੀ ਹੈ ਤੁਹਾਡੇ ਕੋਲ? ਇੰਸ਼ੋਰੈਂਸ ਹੈ ਬੇਸਿਕਲੀ ਜੋ ਸਾਡੇ ਨਾਲ ਇੰਪੈਨਲਡ ਹੈਗਾ। ਮੋਸਟ ਆਫ ਦਾ ਇੰਸ਼ੋਰੈਂਸ ਐਲੀਜੀਬਿਲਟੀ ਉਹਦੀ ਹੈਗੀ ਜੀ ਜੀ ਬਿਲਕੁਲ। ਤਾਂ ਉਹਦੇ 'ਚ ਵੀ ਉਹ ਬਸ ਸਾਰਾ ਜੋ ਖਰਚਾ ਹੁੰਦਾ ਨਾ ਤੇ ਸਰ ਜੀ ਤਾਂ ਉਹਦੇ 'ਚੋਂ ਕਲੇਮ ਹੋ ਜਾਂਦਾ ਹੈ। ਵੀਕਐਂਡ ਤੇ ਕੋਈ ਫ੍ਰੀ ਹੈ, ਸੰਡੇ ਵਾਲੇ ਦਿਨ ਫ੍ਰੀ ਹੈ, ਉਸ ਦਿਨ ਵੀ ਕੰਸਲਟੈਂਸੀ ਜਾਂ ਹਸਪਤਾਲ ਦੇ ਵਿੱਚ ਜਾਇਆ ਜਾ ਸਕਦਾ? ਮਿਲਣਾ ਚਾਹੁੰਦੇ ਆ ਕੋਈ ਵੀ ਪੇਸ਼ੈਂਟ ਹੈਗੇ ਆ, ਉਹ ਸੰਡੇ ਨੂੰ ਅਸੀਂ ਇੱਕ ਕੈਂਪ ਰੱਖਦੇ ਆ ਜਿਸ ਦਿਨ ਕੋਈ ਵੀ ਆ ਸਕਦਾ ਹੈ। ਜਦੋਂ ਕਿਸੇ ਦਾ ਕੋਈ ਵੱਡਾ ਨੁਕਸਾਨ ਹੋ ਜਾਂਦਾ ਜ਼ਿੰਦਗੀ 'ਚ ਤਾਂ ਕਹਿੰਦੇ ਨੇ ਕਿ ਬੰਦੇ ਦੀ ਰੀੜ੍ਹ ਦੀ ਹੱਡੀ ਟੁੱਟ ਗਈ, ਜਾਂ ਕਿਸੇ ਬੰਦੇ ਦਾ ਜਦੋਂ ਕਹਿੰਦੇ ਨੇ ਕਿ ਆਪਣੇ ਵਾਅਦੇ ਤੇ ਖਰਾ ਨਹੀਂ ਉਤਰਿਆ ਤਾਂ ਕਹਿੰਦੇ ਨੇ ਕਿ ਇਸ ਬੰਦੇ ਕੋਲ ਸਪਾਈਨ ਹੀ ਹੈ ਨਹੀਂ, ਜਾਂ ਯਾਨੀ ਰੀੜ੍ਹ ਦੀ ਹੱਡੀ ਹੈ ਨਹੀਂ। ਖੈਰ ਇਹ ਕਹਾਵਤਾਂ ਨੇ, ਪਰ ਅੱਜ ਅਸੀਂ ਇੱਕ ਪਿੰਡ 'ਚ ਪਹੁੰਚੇ ਹਾਂ ਇਸੇ ਮਸਲੇ ਨੂੰ ਲੈ ਕੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਰੀੜ੍ਹ ਦੀ ਹੱਡੀ ਕਿੰਨੀ ਜ਼ਰੂਰੀ ਹੈ ਤੇ ਉਸ ਦਾ ਖਿਆਲ ਰੱਖਣਾ ਕਿੰਨਾ ਜ਼ਰੂਰੀ ਹੈ। ਇਸੇ ਕਰਕੇ ਤੁਸੀਂ ਮੇਰੇ ਹੱਥ 'ਚ ਇਹ ਪੈਂਫਲੇਟ ਦੇਖ ਰਹੇ ਹੋ, ਇਹਦੇ ਵਿੱਚ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਦੇ ਬਾਰੇ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਲਈ ਕਿਉਂਕਿ ਅਸੀਂ ਇਸ ਦੇ ਐਕਸਪਰਟ ਨਹੀਂ ਹੈਗੇ, ਹੀਲਿੰਗ ਹਸਪੀਟਲ ਚੰਡੀਗੜ੍ਹ ਦੇ ਡਾਕਟਰ ਸਾਹਿਬ ਡਾਕਟਰ ਅਜੇ ਸਿੰਘ ਸਾਡੇ ਨਾਲ ਮੌਜੂਦ ਰਹਿਣਗੇ ਤੇ ਬਹੁਤ ਸਾਰੇ ਲੋਕ ਜੋ ਇਸ ਪਿੰਡ ਦੇ ਰਹਿਣ ਵਾਲੇ ਨੇ, ਇਹਨਾਂ ਨਾਲ ਗੱਲ ਇਸ ਕਰਕੇ ਕਰਨਾ ਜ਼ਰੂਰੀ ਹੈ ਕਿਉਂਕਿ ਇਹਨਾਂ ਕੋਲ ਦਿੱਕਤਾਂ ਨੇ, ਸਮੱਸਿਆਵਾਂ ਨੇ, ਉਸ ਬਾਰੇ ਵੀ ਅਸੀਂ ਗੱਲ ਕਰਾਂਗੇ। ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਆ ਜਾਣਾ ਪਲੀਜ਼, ਅਸੀਂ ਨਾਲ ਗੱਲ ਵੀ ਕਰਦੇ ਰਵਾਂਗੇ। ਪਰ ਇੱਕ ਮੇਰਾ ਸ਼ੁਰੂਆਤੀ ਸਵਾਲ ਇਹ ਹੈ ਇਹ ਸਾਰੀ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿ ਰੀੜ੍ਹ ਦੀ ਹੱਡੀ ਨਾਲ ਯਾਨੀ ਸਪਾਈਨ ਨਾਲ ਜੁੜੀ ਕੋਈ ਵੀ ਸਮੱਸਿਆ ਹੋਵੇ ਉਹ ਕਿੰਨੀ ਜ਼ਿਆਦਾ ਗੰਭੀਰ ਹੈ ਔਰ ਸਾਨੂੰ ਉਹਦੇ ਲਈ ਗੰਭੀਰ ਕਿਉਂ ਹੋਣਾ ਜ਼ਰੂਰੀ ਹੈ? ਦੇਖੋ ਸਪਾਈਨ ਦੀ ਵੈਸੇ ਤੁਹਾਨੂੰ ਮੈਂ ਗੱਲ ਦੱਸਾਂ ਕਿ 90% ਜਿਹੜੀ ਬਿਮਾਰੀਆਂ ਸਾਡੇ ਕੋਲ ਆਉਂਦੀਆਂ ਉਹ ਨਾਰਮਲ ਹੁੰਦੀਆਂ, ਕਿਉਂਕਿ ਪੋਪੂਲੇਸ਼ਨ ਜਿਹੜਾ ਡਾਟਾ ਹੈ ਉਹ ਇਹ ਕਹਿੰਦਾ ਕਿ 90% ਲੋਕ ਲੈਟਸ ਸੇ ਇੱਥੇ 50-60 ਲੋਕ ਜਿਹੜੇ ਵੀ ਆਏ ਨੇ, ਇਹਨਾਂ 90% ਲੋਕ ਨੂੰ ਕਦੇ ਨਾ ਕਦੇ ਪਿੱਠ ਦਰਦ ਹੋਊਗਾ। ਉਹ ਸਾਰੀਆਂ ਸੀਰੀਅਸ ਨਹੀਂ ਹੁੰਦੀਆਂ, ਓਨਲੀ 10% ਹੁੰਦੀਆਂ ਜਿੱਦਾਂ ਕੈਂਸਰ ਹੈ, ਇਨਫੈਕਸ਼ਨ ਹੈ, ਜਾਂ ਕੋਈ ਟਰਾਮਾ ਕਰਕੇ ਜਿਹਦੇ ਕਰਕੇ ਨਸ ਦੱਬ ਰਿਹਾ, ਲੈਟਰਿਨ ਬਾਥਰੂਮ ਰੁਕਣ ਲੱਗ ਪਿਆ, ਪੈਰਾਂ 'ਚ ਚੱਪਲਾਂ ਨਿਕਲਣ ਲੱਗ ਪਈਆਂ, ਇਹ ਚੀਜ਼ਾਂ ਹੁੰਦੀਆਂ ਜਿਹੜੀ ਸੀਰੀਅਸ ਹੁੰਦੀਆਂ। ਬਟ ਇਹ ਸੀਰੀਅਸ ਹੋਣ ਕਰਕੇ ਵੀ ਕਈ ਲੋਕ ਨਹੀਂ ਆ ਪਾਉਂਦੇ ਬਿਕੋਜ਼ ਰੀੜ੍ਹ ਦੀ ਹੱਡੀ ਦਾ ਜਿਹੜਾ ਡਾਇਲੈਮਾ ਹੈ, ਲੋਕੀ ਡਰਦੇ ਇੰਨਾ ਹੈ ਕਿ ਕਿਸੇ ਤੋਂ ਵੀ ਪੁੱਛ ਲਓ ਕਹਿੰਦਾ ਸਾਡੇ ਪਿੰਡ ਉਹਨੇ ਕਰਾਇਆ ਸੀ, ਉਹ ਮੰਜੇ ਤੇ ਪਿਆ ਹੈ, ਕੋਈ ਉਹ ਹੈਗਾ ਉਹ ਕਹਿੰਦਾ ਨਾ ਜਾਓ, ਸਾਰੀ ਉਮਰ ਬੈੱਡ ਤੇ ਰਹਿ ਜਾਓਗੇ, ਇਸ ਤੋਂ ਵੀ ਜਾਓਗੇ। ਤੇ ਇਹ ਜਿਹੜਾ ਡਾਇਲੈਮਾ ਹੈ ਜਿਹਨਾਂ ਨੂੰ 10% ਵੀ ਪੋਪੂਲੇਸ਼ਨ ਜਿਹਨਾਂ 'ਚ ਸਰਜਰੀ ਦੀ ਵਾਕਈ ਲੋੜ ਹੁੰਦੀ ਹੈ, ਉਹਨਾਂ 'ਚ ਵਾਕਈ ਰਿਜ਼ਲਟ ਚੰਗੇ ਹੁੰਦੇ ਆ, ਉਹ ਵੀ ਅਨਫੋਰਚੂਨੇਟਲੀ ਸਾਡੇ ਕੋਲ ਨਹੀਂ ਪਹੁੰਚ ਪਾਉਂਦੇ। ਮੈਂ ਇਹਨਾਂ ਕੋਲ ਇਸ ਕਰਕੇ ਤੁਹਾਨੂੰ ਲੈ ਕੇ ਆਇਆ ਕਿ ਇੱਥੇ ਅਲੱਗ-ਅਲੱਗ ਏਜ ਗਰੁੱਪ ਦੇ ਲੋਕ ਨੇ, ਕਿਸੇ ਦੀ ਉਮਰ ਜ਼ਿਆਦਾ, ਕਿਸੇ ਦੀ ਘੱਟ, ਮੇਲ ਨੇ, ਫੀਮੇਲ ਨੇ, ਇਹਨਾਂ ਦੇ ਨਾਲ ਗੱਲ ਕਰਨਾ ਇਸ ਕਰਕੇ ਜ਼ਰੂਰੀ ਹੈ। ਮੈਂ ਤੁਹਾਡੇ ਕੋਲ ਆਵਾਂਗਾ ਜੀ, ਤੁਹਾਨੂੰ ਕੋਈ ਸਮੱਸਿਆ ਹੈਗੀ ਹੈ ਨਾ? ਹਾਂ, ਕਿਸ ਤਰ੍ਹਾਂ ਦੀ ਸਮੱਸਿਆ ਤੁਹਾਨੂੰ ਹੈਗੀ ਹੈ? ਮੈਨੂੰ ਜੋ ਪ੍ਰੋਬਲਮ ਹੈ 2 ਸਾਲ ਤੋਂ ਰੀੜ੍ਹ ਦੀ ਪ੍ਰੋਬਲਮ ਹੈ। ਹਾਂਜੀ, ਮੈਂ ਇਹਦਾ ਇਲਾਜ PGI ਮੋਹਾਲੀ ਸਪੇਨ ਦਾ ਹਸਪੀਟਲ, ਉੱਥੇ ਵੀ ਟੀਕੇ ਲਵਾ ਲਏ, ਕਹਿੰਦੇ ਵੀ ਥੋੜਾ ਕੋਈ ਇਲਾਜ ਨਹੀਂ ਹੈ ਇਹਦਾ, ਸਿਰਫ ਆਪਰੇਸ਼ਨ ਹੈ। ਅਸੀਂ ਫਿਰ ਆਪਰੇਸ਼ਨ ਕਰਾਇਆ ਨਹੀਂ ਤਾਂ ਕਹਿੰਦੇ ਵੀ ਹਾਂ ਆਪਰੇਸ਼ਨ ਕੋਈ ਕਾਮਯਾਬ। ਤੁਸੀਂ ਆਪਰੇਸ਼ਨ ਕਰਾ ਲਿਆ? ਨਹੀਂ ਕਰਾਇਆ ਨਹੀਂ, ਫਿਰ ਅਸੀਂ ਕਾਮਯਾਬ ਨਹੀਂ, ਅਸੀਂ ਕਰਾਇਆ ਨਹੀਂ, ਅਸੀਂ ਕਹਿੰਦੇ ਵੀ ਕਰਾਣਾ। ਕਹਿੰਦੇ ਕਾਮਯਾਬ ਨਹੀਂ ਹੁੰਦਾ। ਡਾਕਟਰ ਸਾਹਿਬ ਉਹੀ ਗੱਲ ਹੋ ਗਈ ਕਿ ਬਹੁਤ ਸਾਰੇ ਲੋਕ ਇਸੇ ਕਰਕੇ ਨਹੀਂ ਜਾਂਦੇ, ਕਾਮਯਾਬ ਨਹੀਂ ਹੁੰਦਾ ਜੀ। ਬਾਪੂ ਜੀ ਦੇਖੋ ਅਸੀਂ ਜੋ ਡਾਕਟਰ ਸਾਰੀ ਉਮਰ ਜੋ ਪੜ੍ਹਾਈ ਕਰਦਾ ਹੈ ਉਹ ਸਿੱਖਦਾ ਹੈ ਕਿਹੜੀ ਚੀਜ਼ 'ਚ ਆਪਰੇਸ਼ਨ ਹੋਣਾ ਚਾਹੀਦਾ, ਕਿਹੜੀ ਚੀਜ਼ ਨਹੀਂ ਹੋਣਾ ਚਾਹੀਦਾ।
ਅਸੀਂ ਸ਼ੁਰੂਆਤ 'ਤੇ ਗੱਲ ਕੀਤੀ ਹੈ ਕਿ 90% ਲੋਕ ਜਿਹੜੇ ਸਾਡੇ ਕੋਲ ਆਉਂਦੇ, ਲੈਟਸ ਸੇ ਅੱਜ ਵੀ ਜੋ 15-20 ਦੀ ਓਪੀਡੀ ਦੇਖ ਕੇ ਆਇਆ, ਉਹਦੇ ਵਿੱਚ ਮੈਂ ਸਾਰਿਆਂ ਨੂੰ ਆਪਰੇਸ਼ਨ ਨਹੀਂ ਬੋਲ ਕੇ ਆਇਆ, ਕੁਛ ਇੱਕ ਦੋ ਨੂੰ ਬੋਲ ਕੇ ਆਇਆ। ਔਰ ਜਦੋਂ ਬੋਲ ਦਿੰਦੇ ਆ ਨਾ, ਉਹਦਾ ਕੋਈ ਇਲਾਜ ਨਹੀਂ ਹੈ। ਜੇ ਤੁਸੀਂ ਡੈਮੇਜ ਸਹਿਣਾ ਚਾਹੁੰਦੇ ਹੋ, ਤੁਹਾਨੂੰ ਪਤਾ ਹੈ ਲੱਤਾਂ 'ਚ ਚੱਪਲਾਂ ਵੀ ਨਿਕਲਣਗੀਆਂ, ਕੱਲ੍ਹ ਨੂੰ ਲੈਟਰਿਨ ਬਾਥਰੂਮ ਵੀ ਰੁਕੇਗਾ, ਇਹ ਤੁਹਾਡੇ 'ਤੇ ਹੈ। ਆਈ ਨੋ ਜਿਹਨੇ ਤੁਹਾਨੂੰ ਦੱਸਿਆ ਹੈ ਕਿ ਡਰ ਹੈ, ਇਹ ਹੋ ਜਾਊਗਾ ਉਹ ਹੋ ਜਾਊਗਾ, ਉਹਨੂੰ ਕਦੀ ਇਹ ਵੀ ਫੜ ਕੇ ਪੁੱਛਿਓ ਕਿ ਭਾਈ ਜਿਹੜੀ ਮੈਂ ਸਮੱਸਿਆ 'ਚ ਗੁਜ਼ਰ ਰਿਹਾ ਇਹਦਾ ਨਿਜਾਤ ਕੀ ਹੈ। ਆਪਰੇਸ਼ਨ ਐਂਡ ਰਿਜ਼ੋਰਟ ਹੁੰਦਾ ਹੈ ਨਾ। ਰੀੜ੍ਹ ਦੀ ਹੱਡੀ 'ਚ ਮੈਂ ਵੀ ਨਹੀਂ ਚਾਹੁੰਦਾ ਕਿ ਚੱਲਦਾ ਫਿਰਦਾ ਮਰੀਜ਼ ਜਿਹੜਾ ਆਇਆ ਉਹਨੂੰ ਮੈਂ ਇਹੋ ਜਿਹੀ ਦਰਦ ਦੇ ਦਾਂ ਜਿਹੜਾ ਉਹਨੂੰ ਸਾਰੀ ਉਮਰ ਉਹਨੂੰ ਫੀਲ ਹੁੰਦੀ ਰਹੇ। ਇਹੋ ਜਿਹਾ ਆਪਰੇਸ਼ਨ ਕਰੋ, ਅਗਲੇ ਦਿਨ ਬੋਲੇ ਹਾਂ ਮੈਂ ਠੀਕ ਹਾਂ, ਬਹੁਤ ਵਧੀਆ ਹੋ ਗਿਆ ਡਾਕਟਰ ਸਾਹਿਬ। ਤੇ ਇਹ ਵਾਕਈ ਇਹ ਸੁਣਨ ਨੂੰ ਚੰਗਾ ਲੱਗਦਾ। ਜੇ ਕੋਈ ਮਾੜੀ ਮੋਟੀ ਬਿਮਾਰੀ ਨੂੰ ਕੋਈ ਬੰਦਾ ਆਪਰੇਟ ਕਰਦੇ ਤਾਂ ਉਹ ਫਿਰ ਇੱਕ ਬਹੁਤ ਵੱਡਾ ਬਲੰਡਰ ਹੋ ਜਾਂਦਾ। ਤੇ ਤੁਸੀਂ ਜੇ ਬਿਮਾਰੀ ਹੈ ਤੁਹਾਡੇ ਵੱਲ ਦੇਖ ਕੇ ਮੈਂ ਕਹਿ ਦਿੰਦਾ ਕਿ 10-15 ਸਾਲ 'ਚ ਹੈਗੇ ਨੇ, ਹੁਣ ਤੁਹਾਡੇ ਤੇ ਉਹ ਕਿਵੇਂ ਕੱਟਣੇ ਆ। ਕਿ ਜੋ ਇਹਨਾਂ ਨੇ ਸ਼ੁਰੂਆਤ 'ਚ ਹੀ ਕਹਿਤਾ ਕਿ ਮੈਂ ਪੀਜੀਆਈ ਵੀ ਗਿਆ ਜੀ, ਮੈਂ ਫਲਾਂ ਕੋਲ ਗਿਆ ਜੀ, ਮੈਂ ਟੀਕੇ ਲਵਾ ਲਏ, ਹੈ ਨਾ। ਜਦੋਂ ਲੋਕ ਇੰਨਾ ਸਾਰਾ ਕਨਫਿਊਜ਼ ਕਿਉਂ ਹੁੰਦੇ ਆ, ਸਪਾਈਨ ਦੇ ਮਾਮਲੇ 'ਚ ਇੰਨੀ ਕਨਫਿਊਜ਼ਨ ਕਿਉਂ ਹੈ? ਕਨਫਿਊਜ਼ਨ ਨਹੀਂ, ਐਕਚੁਅਲੀ ਡਰ ਹੈ। ਕਨਫਿਊਜ਼ਨ ਨਹੀਂ ਹੈ। ਦੇਖੋ ਪਤਾ ਅੰਦਰੋਂ ਇਹਨਾਂ ਨੂੰ ਵੀ ਹੈ ਕਿ ਬਿਮਾਰੀ ਜ਼ਿਆਦਾ ਹੈ। ਇਹ ਬਾਈਪਾਸ ਕਰਨਾ ਤੁਸੀਂ ਠੀਕ ਨਹੀਂ ਹੋਣਾ। ਐਕਸ਼ਨ ਲੈਣਾ ਪੈਣਾ। ਹਾਂ, ਮਤਲਬ ਐਕਸ਼ਨ ਤੁਸੀਂ ਕੁਝ ਹਿੰਮਤ ਤੁਹਾਨੂੰ ਵੀ ਦਿਖਾਉਣੀ ਪੈਣੀ ਹੈ। ਕਿੰਨੀ ਉਮਰ ਹੈ ਤੁਹਾਡੀ? ਮੇਰੀ 41। 41 ਯਾਨੀ ਬਾਪੂ ਜੀ ਤੋਂ ਤਾਂ ਮੈਨੂੰ ਲੱਗਦਾ ਕਾਫੀ ਘੱਟ ਉਮਰ ਹੈ ਇਹਨਾਂ ਦੀ, ਜੇ ਮੈਂ ਐਗਜ਼ੈਕਟ ਨਹੀਂ ਪਤਾ ਮੈਨੂੰ। ਪਰ ਬੈਕ ਪੇਨ ਕਿਸ ਤਰ੍ਹਾਂ ਦੀ? ਮੈਂ ਡਾਇਲਸਿਸ ਟੈਕਨੀਸ਼ੀਅਨ ਆ ਤੇ ਮੇਰਾ ਕੰਮ ਹੁੰਦਾ ਹੈ ਕਿ ਪੇਸ਼ੈਂਟ ਦਾ ਉਹ ਕਰਨਾ। ਜਦੋਂ ਅਸੀਂ ਪੇਸ਼ੈਂਟ ਨੂੰ ਨੀਡਲਿੰਗ ਵਗੈਰਾ ਕਰਦੇ ਹਾਂ, ਉਸ ਟਾਈਮ ਜਦੋਂ ਝੁੱਕ ਕੇ ਪੇਸ਼ੈਂਟ ਨੂੰ ਨੀਡਲਿੰਗ ਕਰੀਦੀ ਹੈ, ਬਹੁਤ ਯਾਨੀ ਕਿ ਪੇਸ਼ੈਂਟ ਤੋਂ ਜਦੋਂ ਉੱਠਦੇ ਨੇ ਤੇ ਬਹੁਤ ਬੈਕ ਪੇਨ ਕਰਦੀ ਹੈ। ਤੇ ਉਹਦੇ ਲਈ ਮੈਂ ਵੈਸੇ ਕਿਸੇ ਨੂੰ ਵਿਖਾਇਆ ਨਹੀਂਗਾ ਹਾਲ ਤੱਕ। ਇੱਕ ਐਕਚੁਅਲੀ ਮੈਨੂੰ ਦੱਸਿਆ ਸੀਗਾ ਕਿ ਕੈਂਪ ਲੱਗ ਰਿਹਾ। ਇੱਕ ਅਵੇਅਰ ਇਨਸਾਨ ਨੇ ਜੋ ਕਿ ਸ਼ੁਰੂਆਤੀ ਲੱਛਣ ਤੋਂ ਹੀ ਇਸ ਬਾਰੇ ਸੋਚਣਾ ਸ਼ੁਰੂ ਕਰ ਰਹੇ ਆ। ਦੇਖੋ ਮੈਂ ਇਹਨਾਂ ਨੂੰ ਇਹੀ ਕਹਾਂਗਾ ਕਿ ਤੁਹਾਡੀ ਜਿਹੜਾ ਕੰਮ ਹੈ ਲੰਬੇ ਟਾਈਮ ਖੜਨ ਦਾ, ਬਹਿਣ ਦਾ, ਜੇ ਮੈਂ ਹੁਣ ਤੁਹਾਡੇ ਸਾਹਮਣੇ ਖੜਾ, ਮੇਰੇ ਜਿਹੜੇ ਮਸਲ ਯੂਜ਼ ਹੋ ਰਿਹਾ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ। ਇਹ ਐਕਸੀਅਲ ਮਸਲਸ, ਬੈਕ, ਕੋਰ ਤੇ ਲੈਗਸ। ਬੈਕ ਜਿਹੜੀ ਦੁਖ ਰਹੀ, ਇਟ ਮੀਨਸ ਇਹਦੇ ਵਾਸਤੇ ਰੈਡੀ ਨਹੀਂ ਹੈ। ਲੈਟ ਮੀ ਟੈਲ ਯੂ, ਬੈਕ ਸਭ ਤੋਂ ਸਟਰੋਂਗ ਮਸਲਸ ਹੈ, ਬਲਕ ਬਹੁਤ ਹੈ, ਤੁਸੀਂ ਦੇਖਿਆ ਹੋਗਾ ਬੈਕ ਦਾ। ਜਿੰਨਾ ਸਟਰੋਂਗ ਬਣਾਓਗੇ, ਟਰਾਈ ਕਰਨਾ, ਕਿਉਂਕਿ ਤੁਹਾਡਾ ਕੰਮ ਜ਼ਿਆਦਾ ਉੱਤੇ ਡਿਪੈਂਡੈਂਟ ਹੈ। ਲੰਬੇ ਟਾਈਮ ਤੱਕ ਖੜਨਾ, ਲੰਬੇ ਟਾਈਮ ਬਹਿਣਾ, ਹੈ ਨਾ। ਤੇ ਉਹ ਬੈਕ ਜਿੰਨੀ ਵੈਲ ਪ੍ਰੀਪੇਅਰਡ ਹੋਗੇ ਨਾ, ਉਨਾ ਘੱਟ ਦੁਖੇਗੀ, ਉਨਾ ਏਕ ਘੱਟ ਕਰੇਗੀ, ਮਤਲਬ ਦੁਖੇਗੀ ਘੱਟ। ਜੇ ਤੁਸੀਂ ਐਕਸਰਸਾਈਜ਼ ਪ੍ਰੋਪਰ ਹੈ, ਲੈਟਸ ਸੇ 2 ਘੰਟੇ ਕੋਰ ਬੈਕ ਨੂੰ ਦਿੰਦੇ ਹੋ, ਉਹ ਵੈਲ ਬਿਲਡ ਹੈ, ਉਹ ਸਪਾਈਨ ਨੂੰ ਝੇਲ ਲੈਂਦੇ ਆ, ਫਿਰ ਠੀਕ ਹੈ, ਇਟਸ ਓਕੇ। ਫਿਰ ਨਹੀਂ ਹੋਣਾ ਇੰਨਾ ਫਰੀਕੁਐਂਟ ਨਹੀਂ ਹੋਣਾ, ਇਹਦੇ ਫਰੀਕੁਐਂਸੀ ਘੱਟ ਜਾਣੀ ਹੈ। ਜਿਹੜੀ ਮਹੀਨੇ 'ਚ 2-2 ਵਾਰ ਆ ਰਿਹਾ ਸੀ, ਉਹ ਸਾਲ 'ਚ ਇੱਕ ਅੱਧੀ ਵਾਰ ਆਏਗਾ। ਬਟ ਯੂ ਸ਼ੁੱਡ ਡੂ ਇਟ, ਯੂ ਬੈਕ ਤੇ ਕੋਰ ਤੇ ਲੈਗਸ, ਇਹ ਥੋੜਾ ਤੁਸੀਂ ਸਟਰੈਂਥਨ ਕਰੋ। ਇੱਕੋ ਹੀ ਰਾਮਬਾਣ ਹੈ। ਆਪਣਾ ਫਿਜ਼ੀਓਥੈਰੇਪੀ ਡਿਪਾਰਟਮੈਂਟ ਹੈ ਹੀਲਿੰਗ ਦੇ ਵਿੱਚ, ਉਹ ਡੈਡੀਕੇਟਿਡ ਕੋਰ, ਬੈਕ ਤੇ ਸਾਰਾ ਕੁਝ ਕਰਵਾਉਂਦਾ ਹੈ। ਇਹ ਪੂਰਾ ਇੱਕ ਸ਼ੈਡਿਊਲ ਬਣਦਾ ਹੈ ਤੇ ਉਹ ਸਾਰਾ ਕੁਝ ਗ੍ਰੈਜੂਅਲ। ਜਿਹੜੀ ਬੋਡੀ ਬਣਾਉਂਦੇ ਨੇ ਉਹ ਇੱਕ ਦਿਨ 'ਚ ਨਹੀਂ ਬਣਦੀ, 2-3 ਸਾਲ ਲੱਗਦੇ ਆ, ਉਹ ਵੀ ਫਿਰ ਥੋੜਾ, ਉਹ ਮਿਹਨਤ ਰੋਜ਼। ਇਹ ਇੱਕ ਦਿਨ ਦਾ ਖੇਡ ਨਹੀਂ ਹੈ, ਤੁਸੀਂ ਸਿੱਖਣੀ ਹੈ ਤੁਹਾਡੇ ਵਾਸਤੇ ਕਿਹੜੀ ਅੱਛੀ ਹੈ, ਕਿਉਂਕਿ ਫੀਮੇਲਸ ਮੇਲਸ ਦਾ ਡਿਫਰੈਂਸ ਹੁੰਦਾ ਹੈ, ਕੋਈ ਕਰ ਲੈਂਦਾ ਕੋਈ ਨਹੀਂ ਕਰਦਾ, ਬੋਡੀ weight ਦਾ, ਹਰ ਚੀਜ਼ ਦਾ ਡਿਫਰੈਂਸ ਹੈ। ਰੀੜ੍ਹ ਦੀ ਹੱਡੀ 'ਚ ਸਮੱਸਿਆ ਹੈਗੀ ਹੈ ਤਾਂ ਉਹ ਕਿਤੇ ਨਾ ਕਿਤੇ ਦਿਮਾਗ ਤੋਂ ਜੁੜੀ ਹੋਈ ਆ ਰਹੀ ਹੈ। ਹਾਂ, ਦੇਖੋ ਰੀੜ੍ਹ ਦੀ ਹੱਡੀ ਸਾਡਾ ਇੱਕ ਫਰੇਮਵਰਕ ਹੈ ਜਿਹਦੇ ਅੰਦਰ ਦਿਮਾਗ ਨੇ ਆਪਣੀਆਂ ਸਾਰੀਆਂ ਤਾਰਾਂ ਜਿਹੜੀ ਨਸਿਸ ਹੈ ਉਹ ਤੁਹਾਨੂੰ ਦਿੱਤੀਆਂ। ਉਹ ਇੱਕ ਕਵਚ ਹੈ ਰੀੜ੍ਹ ਦੀ ਹੱਡੀ ਹੈ ਇੱਕ, ਉਹਦੇ ਵਿੱਚ ਇੱਕ ਕਨਾਲ ਹੁੰਦੀ ਹੈ ਜਿਹਦੇ ਚੋਂ ਦਿਮਾਗ ਦੀ ਨਸ ਉੱਤਰ ਕੇ ਥੱਲੇ ਆਉਂਦੀ ਹੈ ਤੇ ਸਾਡੀ ਲੱਤਾਂ ਨੂੰ, ਬਾਹਾਂ ਨੂੰ, ਐਸਾ ਸਮਝੀ ਕੋ ਜਿਵੇਂ ਵਾਇਰਿੰਗ ਕਰ ਰਹੇ ਹਾਂ, ਵਾਇਰ ਇੱਕ ਮੇਨ ਵਾਇਰ ਇੱਕ ਪਾਈਪ ਚ ਆ ਰਹੀ ਹੈ। ਪਾਈਪ ਉਹਦੀ ਇੰਨੀ ਸਟਰੋਂਗ ਹੈ, ਉਹ ਮਣਕਿਆਂ ਦੇ ਵਿੱਚ ਹਾਂ, ਉਹ ਹਮੇਸ਼ਾ ਜਿਹੜੀ ਹੈ ਪ੍ਰੋਟੈਕਟਰ ਰਹਿੰਦੀ ਹੈ। ਬਟ ਕੁਝ ਜਿੱਦਾਂ ਦਾ ਕੋਈ ਡਿਸਕ ਆ ਗਈ, ਕੋਈ ਫ੍ਰੈਕਚਰ ਆ ਗਿਆ, ਇਨਫੈਕਸ਼ਨ ਆ ਗਿਆ, ਕੈਂਸਰ ਆ ਗਿਆ, ਇਹਨਾਂ ਚੀਜ਼ਾਂ 'ਚ ਉਹ ਦੱਬਣ ਲੱਗ ਪੈਂਦੀ ਹੈ, ਫਿਰ ਸਿੰਪਟਮ ਆਉਂਦੇ, ਫਿਰ ਪੇਸ਼ੈਂਟ ਸਾਡੇ ਕੋਲ ਆਉਂਦਾ। ਕਿਉਂਕਿ ਇੱਥੇ ਬਹੁਤ ਸਾਰੀਆਂ ਔਰਤਾਂ ਵੀ ਬੈਠੀਆਂ ਹੋਈਆਂ ਨੇ ਔਰ ਔਰਤਾਂ ਦੀ ਜਿਹੜੀ ਸਮੱਸਿਆ ਹੁੰਦੀ ਹੈ ਉਹ ਅਕਸਰ ਕਹਿ ਨਹੀਂ ਪਾਉਂਦੀਆਂ। ਪਰ ਇਹਨਾਂ ਵਾਸਤੇ ਤੁਸੀਂ ਜ਼ਰੂਰ ਦੱਸੋ ਕਿ ਜਦੋਂ ਪਹਿਲਾ ਸਿੰਪਟਮ ਯਾਨੀ ਪਹਿਲਾ ਲੱਛਣ ਕਿਹੜਾ ਹੋਵੇ ਕਿ ਇਹਨਾਂ ਨੂੰ ਪਤਾ ਕਿ ਕਮਰ 'ਚ ਕੋਈ ਸਮੱਸਿਆ ਹੋਣ ਵਾਲੀ ਹੈ, ਇਹਨੂੰ ਡਾਕਟਰ ਸਾਹਿਬ ਕੋਲ ਜਾ ਕੇ ਦਿਖਾਉਣ ਦੀ ਲੋੜ ਹੈਗੀ ਹੈ। ਨਹੀਂ, ਔਰਤਾਂ ਨੂੰ ਮੈਂ ਤਾਂ ਦੇਖੋ ਇਹ ਮੰਨਦਾ ਕਿ ਔਰਤਾਂ ਸਾਡੀਆਂ ਘਰ ਦਾ ਸਾਰਾ ਕੰਮ ਕਰਦੀਆਂ ਹੈ। ਸਵੇਰੇ ਸ਼ੁਰੂ ਹੋ ਜਾਂਦੀਆਂ 5 ਵਜੇ ਜੀ, ਤੇ ਰਾਤ ਨੂੰ ਭਾਂਡੇ ਜਦੋਂ ਪੂਰੇ ਮਾਂਜ ਕੇ ਫਿਰ ਸੌਂਦੀਆਂ ਨੇ, ਹਨਾ। ਸਵੇਰੇ ਘਰ ਸਾਰਾ ਹੀ ਸਾਂਭਦੀਆਂ, ਵਜਨ ਚੱਕਣਾ, ਕੱਪੜੇ ਗਿੱਲੇ ਚੱਕਣੇ, ਬਾਲਟੀਆਂ ਚੱਕਣਾ, ਹੋਰ ਵੀ ਕਿਚਨ 'ਚ 100 ਕੰਮ ਹੁੰਦੇ ਆ ਇਹਨਾਂ ਦੇ। ਤੇ ਜਦੋਂ ਔਰਤਾਂ ਦਾ ਮੀਨੋਪੌਜ਼ ਸ਼ੁਰੂ ਹੁੰਦਾ ਹੈ ਘਰਾਂ ਵਿੱਚ, ਲੈਟਸ ਸੇ ਪੀਰੀਅਡ ਖਤਮ ਹੁੰਦੇ ਆ, ਪੀਰੀਅਡ ਬੰਦ ਹੁੰਦੇ ਆ, ਉਸ ਤੋਂ ਬਾਅਦ ਜਿਹੜੀ ਹੱਡੀਆਂ ਦੇ ਵਿੱਚ ਨਾ ਕੈਲਸ਼ੀਅਮ ਜਿਹੜਾ ਹੈ ਉਹ ਜ਼ਿਆਦਾ ਐਬਜ਼ੌਰਬ ਹੋਣਾ ਸ਼ੁਰੂ ਹੋ ਜਾਂਦਾ, ਜਿਹਨੂੰ ਕਹਿੰਦੇ ਆ ਓਸਟੀਓਪੋਰੋਸਿਸ। ਤਾਂ ਫੀਮੇਲਸ ਨੂੰ ਇਹ ਰੱਖਣਾ ਚਾਹੀਦਾ ਹੈ ਕਿ ਆਪਣਾ ਜਦੋਂ ਮੀਨੋਪੌਜ਼ ਆ ਗਿਆ, ਆਪਣੀ ਪੀਰੀਅਡਸ ਖਤਮ ਹੋ ਗਏ ਜਾਂ ਪੀਰੀਅਡਸ ਬੰਦ ਹੋ ਗਏ, ਉਸ ਤੋਂ ਬਾਅਦ ਕੈਲਸ਼ੀਅਮ 1 ਗ੍ਰਾਮ, ਵਿਟਾਮਿਨ ਡੀ ਜਿਹੜਾ ਹੈ ਉਹ 1000 ਮਿਲੀ ਇਕੁਇਵਲੈਂਟ ਰੋਜ਼ ਦਾ ਲੈਣਾ। ਤੇ ਬੋਡੀ ਨੂੰ ਕੁਛ ਨਾ ਕੁਛ ਐਕਸੀਅਲ ਕੁਛ ਨਾ ਕੁਛ ਐਕਸਰਸਾਈਜ਼ ਕਰੀ ਜਾਣੀ, ਬੈਕ ਦੀ, ਸਪਾਈਨ, ਸੋ ਦੈਟ ਉਹ ਹੈਲਦੀ ਰਹੇ। ਜਿਹੜੀ ਹੱਡੀ ਲੈਟਸ ਸੇ ਕਿਸੇ ਦੀ ਟੁੱਟੀ ਹੈ ਨਾ,
ਅਗਰ ਉਹ ਉਸ ਜਗ੍ਹਾ ਮਤਲਬ ਉਹੀ ਹੱਡੀ 'ਚ ਕੈਲਸ਼ੀਅਮ ਜ਼ਿਆਦਾ ਜਮਾ ਹੁੰਦਾ, ਜਿਹਦਾ ਕੰਮ ਥੋੜਾ ਕਮ ਲੈਤਾ ਜਾਂਦਾ। ਲੈਟਸ ਮੈਂ ਇਹ ਹੱਡੀ ਮੈਂ ਸਟਰੋਂਗ ਬਣਾਉਣੀ, ਇਹ ਤੋਂ ਮੈਂ ਇਹਦਾ ਵਰਜਿਸ਼ ਕਰਾਂਗੇ, ਮੋਟੀ ਹੋਏਗੀ। ਅੱਛਾ, ਕੈਲਸ਼ੀਅਮ ਉਨਾ ਜੇ ਤੁਸੀਂ ਸਪਾਈਨ 'ਚ ਜੇ ਖਾ ਵੀ ਰਹੇ ਹੋ ਕੈਲਸ਼ੀਅਮ ਵਿਟਾਮਿਨ ਡੀ, ਉਹ ਐਬਜ਼ੌਰਬ ਨਹੀਂ ਹੋਣਾ ਜੇ ਤੁਸੀਂ ਹੱਡੀ ਤੋਂ ਕੰਮ ਨਾ ਲਓ। ਤੁਸੀਂ ਚੱਲਣਾ ਫਿਰਨਾ ਵਰਜਿਸ਼ ਸਭ ਕਰਨਾ। ਮੈਡਮ ਤੁਹਾਨੂੰ ਕੋਈ ਸਮੱਸਿਆ ਹੈਗੀ ਹੈ? ਕੀ ਸਮੱਸਿਆ ਹੈ ਜੀ? ਰੀੜ ਦੀ ਹੱਡੀ ਆਪਰੇਸ਼ਨ ਬੋਲਿਆ ਵਾ ਮੈਨੂੰ। 40 ਸਾਲ ਇਹਨਾਂ ਦੀ ਉਮਰ ਹੈ, ਰੀੜ ਦੀ ਹੱਡੀ ਦਾ ਆਪਰੇਸ਼ਨ ਬੋਲ ਦਿੱਤਾ ਹੈ। ਇਹ ਕਿੱਥੇ ਗਲਤੀਆਂ ਹੋਈਆਂ ਜਾਂ ਕਿੱਥੇ ਕਨਫਿਊਜ਼ਨ ਹੋ ਸਕਦੀ ਹੈ? ਇਹ ਤਾਂ ਮੇਰੇ ਖਿਆਲ ਤੁਸੀਂ ਦੱਸਣਾ ਚਾਹੋਗੇ ਕਿ ਹੋਇਆ ਕੀ ਸੀ। ਵਜਨ ਹੀ ਉਠਾਇਆ ਹਾਂ, ਵਜਨ ਉਠਾਇਆ। ਇਹ ਉਹੀ ਕਹਾਣੀ ਹੈ ਜਿਵੇਂ ਕਹਿੰਦੇ ਨਾ ਬੈਕ ਪ੍ਰਿਪੇਅਰ ਨਹੀਂ ਹੈ ਤੁਹਾਡੀ, ਤਾਂ ਤੁਸੀਂ ਵਜਨ ਉਠਾ ਲਿਆ ਜਾਂ ਵਜਨ ਉਠਾ ਕੇ ਥੋੜਾ ਜਿਹਾ ਘੁੰਮ ਲਿਆ। ਜਿਹੜਾ ਡਿਸਕ ਦਾ ਐਨੂਲਸ ਹੁੰਦਾ ਨਾ, ਉਹ ਜਦੋਂ ਉਠਾ ਕੇ ਟੋਰਜਨ ਇੰਜਰੀ ਹੈ ਨਾ, ਉਹਦੇ 'ਚ ਮੋਸਟਲੀ ਫਟਦਾ। ਅੱਛਾ, ਠੀਕ ਹੈ, ਫਟਿਆ ਤਾਂ ਉਸ ਤੋਂ ਬਾਅਦ ਸਿੱਧਾ ਲੱਤ 'ਚ ਦਰਦ ਆਇਆ ਸੀਗਾ, ਪਹਿਲੇ ਪਿੱਠ 'ਚ, ਲੱਤ 'ਚ ਵੀ ਹੈ ਹੁਣ? ਨਹੀਂ ਲੱਤ ਚ ਤੁਹਾਡੀ ਐਮਆਰਆਈ ਹੈਗੀ ਹੈ ਤੁਹਾਡੇ ਕੋਲੇ? ਨਹੀਂ ਮਰੇ ਨਹੀਂ ਇਹੀ ਲਿਖਿਆ। ਤੁਹਾਨੂੰ ਆਪਰੇਸ਼ਨ ਕਿਹਨੇ ਬੋਲਿਆ ਹੋਇਆ? 16 ਚ ਤੇ ਬੋਲਿਆ ਤਾਂ ਪੀਜੀ ਨੇ ਮਨਾ ਕਰਿਆ। ਇਹਦੇ 'ਚ ਤਾਂ ਕੋਈ ਆਪਰੇਸ਼ਨ ਨਹੀਂ ਹੈ ਮੈਡਮ। ਇਹਦੇ ਚ ਉਹਨਾਂ ਨੇ ਬੋਲਿਆ ਤਾਂ ਵੀ ਦਵਾਈ ਖਾਓ। ਇਹਦੇ 'ਚ ਦਵਾਈ ਹੈ, ਹਾਂਜੀ ਇਹਦੇ 'ਚ ਲਿਖਿਆ ਨੋ ਕੋਈ ਨਸ ਨਹੀਂ ਦੱਬ ਰਹੀ ਬਟ ਡਿਸਕ ਬਲਜ ਹੈ। ਇਹਦੇ 'ਚ ਆਪਰੇਸ਼ਨ ਨਹੀਂ ਹੈ। ਕਿਸ ਏਜ 'ਚ ਤੁਹਾਨੂੰ ਸਮੱਸਿਆ ਹੋਈ ਸੀ ਹੋ ਗਏ 3-4 ਸਾਲ। ਔਰ ਅਚਾਨਕ ਹੋਈ? ਹਾਂਜੀ ਅਚਾਨਕ। ਪਰ ਇਹ- ਵਜਨ ਚੱਕਿਆ ਇਹਨਾਂ ਨੂੰ ਪਤਾ ਲੱਗੇਗਾ ਅਚਾਨਕ ਹੀ, ਪਰ ਉਹ ਕਿਤੇ ਨਾ ਕਿਤੇ ਇੱਕ ਸਮੱਸਿਆ ਤਾਂ ਸ਼ੁਰੂ ਹੋ ਗਈ ਹੋਣੀ ਜੋ ਇਹਨਾਂ ਨੇ ਇਗਨੋਰ ਕੀਤੀ। ਦੇਖੋ, ਜਿਹੜਾ ਰੱਬ ਵੱਲੋਂ ਨਾਰਮਲ ਚੀਜ਼ ਆਈ ਸੀ ਜਦੋਂ ਅਸੀਂ ਪੈਦਾ ਹੋਏ ਸੀ ਨਾ, ਜਦੋਂ ਅਸੀਂ 18 ਹਫ਼ਤੇ ਦੇ ਜਦੋਂ ਪੇਟ ਦੇ ਸੀ ਮਾਤਾ ਦਾ, ਉਦੋਂ ਰੀੜ੍ਹ ਦੀ ਹੱਡੀ ਬਣਨਾ ਸ਼ੁਰੂ ਹੁੰਦੀ ਹੈ ਜੀ। ਤੇ ਉਸ ਟਾਈਮ ਤੇ ਲੈ ਕੇ ਹੁਣ ਤੱਕ ਇਹ ਮਤਲਬ ਅਸੀਂ ਕੰਮ ਲੈ ਰਹੇ ਹਾਂ, ਜਦੋਂ ਖੜੇ ਹੋ ਗਏ ਉਦੋਂ ਰੀੜ੍ਹ ਦੀ ਹੱਡੀ ਸਾਡੀ ਕੰਮ ਕਰ ਰਹੀ ਹੈ। ਹੁਣ ਉਹਦੇ ਵੱਲੋਂ ਦਿੱਤੀ ਇੱਕ ਨਾਰਮਲ ਚੀਜ਼ ਅਸੀਂ ਤੋੜ ਲਿਆ। ਲੈਟਸ ਇਹਨਾਂ ਦਾ ਡਿਸਕ ਬਲਜ ਹੈ, ਇੱਕ ਡਿਸਕ ਫਟੀ ਹੈ। ਹੁਣ ਇਹ ਕਹਿਣ ਦੀ ਗੱਲ ਨਾਰਮਲ ਤਾਂ ਨਹੀਂ ਹੈ। ਇੱਕ ਨਾਰਮਲ ਸਮਝਦੇ ਤੁਸੀਂ ਕੀ ਹੈ? ਲੈਟਸ ਸੇ ਕਿਸੇ ਨੂੰ ਅੱਖਾਂ ਦੀ ਬਿਮਾਰੀ, ਉਹ ਐਨਕ ਲੱਗ ਗਈ ਅੱਖਾਂ ਜਦੋਂ ਨਹੀਂ ਕੰਮ ਲੈ ਰਹੇ, ਡਿਟੋਰੇਟ ਹੋਣੀਆਂ ਹੀ ਹੋਣੀਆਂ ਬਿਟ ਟਾਈਮ ਜੀ, ਹੈਨਾ। ਤੇ ਹੁਣ ਇੱਕ ਨਾਰਮਲ ਚੀਜ਼ ਅਸੀਂ ਫੜ ਲਈ। ਇਹ ਨਾਰਮਲ ਨਹੀਂ ਹੋ ਪਾਣੇ ਬਟ ਬੈਟਰ ਹੋ ਜਾਣੇ ਆ ਦਵਾਈਆਂ ਨਾਲ, ਹੋਰ ਚੀਜ਼ਾਂ ਨਾਲ। ਅਸੀਂ ਇਹਨਾਂ ਨੂੰ ਕੁਝ ਇਹੋ ਜਿਹੀ ਚੀਜ਼ਾਂ ਦੱਸਾਂਗੇ ਕਿ ਹਾਂ ਕੀ ਨਹੀਂ ਕਰਨਾ, ਕੀ ਨਹੀਂ ਹੈ। ਵੈਸੇ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਕੀ ਚੀਜ਼ਾਂ ਨੂੰ ਚੁੱਕਣ ਕੇ ਵਜਨ ਚੱਕਣ ਤੋਂ, ਇਹ ਸਾਰਾ ਕੁਝ ਮਨਾ ਡਾਕਟਰ ਕਰਦੇ ਆ। ਇਹ ਐਜੂਕੇਸ਼ਨ ਹੈ ਜਿਹੜਾ ਲੋਕੀ ਦਿੰਦੇ ਆ। ਤੇ ਤੁਸੀਂ ਧਿਆਨ ਰੱਖੋ। ਇਹਦੀ ਫਿਲਮਾਂ ਜ਼ਰੂਰ ਮੈਂ ਦੇਖਣਾ ਚਾਹਾਂਗਾ, ਠੀਕ ਹੈ? ਤੁਸੀਂ ਮੇਰੀ ਜਿਹੜੀ ਟੀਮ ਹੈ ਉਹਨਾਂ ਨਾਲ ਮਿਲ ਲਓ। ਇਹਦੇ ਹਿਸਾਬ ਨਾਲ ਤਾਂ ਆਪਰੇਸ਼ਨ ਨਹੀਂ ਹੈ। ਜਿਹੜਾ ਆਈ ਡੋਂਟ ਨੋ ਕਿਉਂ ਬੋਲਿਆ, ਇਹ ਮੈਂ ਐਦਾਂ ਹੀ ਮੈਨੇਜ ਹੋ ਜਾਣਾ। ਤੁਹਾਨੂੰ ਵੀ ਕੋਈ ਸਮੱਸਿਆ ਹੈਗੀ ਜੀ? ਕਿੰਨੀ ਏਜ ਹੈ ਤੁਹਾਡੀ? ਮੇਰੇ 29। 29 ਏਜ ਹੈ ਜੀ ਇਹਨਾਂ ਦੀ। ਕੀ ਮੈਨੂੰ ਮੋਢੇ 'ਚ ਇਹ ਪੂਰਾ ਜੋੜ ਲੈ ਕੇ ਇੱਥੋਂ ਨਸ ਲੈ ਕੇ ਤੇ ਰਾਤ ਨੂੰ ਇੱਕ ਸਾਈਡ ਪੂਰੇ ਦਰਦ ਰਹਿੰਦਾ ਮੋਢੇ 'ਚੋਂ ਲੈ ਕੇ। ਸੁਣਨ 'ਚ ਥੋੜਾ ਜ਼ਿਆਦਾ ਕੋਈ ਗੱਲ ਨਹੀਂ। ਕੀ ਬੱਚੇ ਕੀ ਕਰਦੇ ਹੋ ਤੁਸੀਂ? ਮੈਂ ਸਟਿਚਿੰਗ ਦਾ ਕੰਮ ਕਰਦੀ। ਹਾਂਜੀ, ਸਟਿਚਿੰਗ ਕਰਦੀ। ਇਹਨਾਂ ਦਾ ਪੋਸਚਰ ਹੀ ਇਦਾਂ ਦਾ ਹੈ। ਅੱਛਾ, ਹਨਾ, ਪੋਸਚਰ ਦੇਖੋ। ਇਹੀ ਜਿਹੜਾ ਭਾਈ ਸਾਹਿਬ ਨੇ, ਇਹਨਾਂ ਦਾ ਵੀ ਇਹੀ ਕੰਮ ਸੀਗਾ। ਇਹ ਤੁਸੀਂ ਇਕੱਲੇ ਨਹੀਂ ਹੋ। ਮੇਰੇ ਕੋਲ ਕਾਫੀ ਆਂਦੇ ਸਟਿਚਿੰਗ ਵਾਲੀ। ਈਵਨ ਕੱਲ ਸ਼ਾਮ ਨੂੰ ਇੱਕ ਫੀਮੇਲ ਆਈ ਸੀ ਵਿਚਾਰੀ, ਉਹ ਵੀ ਨੈਕ ਪੇਨ ਮੈਂ ਕਰ ਸਕਦੀ ਹਾਂ ਉਹਨੂੰ ਮੈਂ ਕਾਲ। ਜਦੋਂ ਵੀ ਅਕਿਊਟ ਪੇਨ ਆਂਦਾ ਹੈ ਨਾ, ਤੁਹਾਨੂੰ ਦੇਖ ਕੇ ਮੈਂ ਦੇਖ ਰਿਹਾ ਤੁਸੀਂ ਕਦੇ ਨੈਕ ਦਾ ਬੈਕ ਦਾ ਧਿਆਨ ਤਾਂ ਦਿੱਤਾ ਨਹੀਂ ਹੋਣਾ, ਹੈ ਨਾ। ਪ੍ਰੋਲੋਂਗਡ ਬੈਠੇ ਆ, ਵਾਈਬ੍ਰੇਸ਼ਨ ਵਾਲਾ ਕੰਮ ਤੁਸੀਂ ਕਰ ਰਹੇ ਹੋ, ਲੈਟਸ ਸੇ ਉਹ ਵਾਲਾ, ਤੇ ਇੱਥੇ ਵੀਰ ਟੀਅਰ ਆਣਾ ਹੀ ਆਣਾ। ਤੁਸੀਂ ਬੈਕ ਤੇ ਨੈਕ ਦੀ ਐਕਸਰਸਾਈਜ਼ ਲਗਾਉਣੀ ਸ਼ੁਰੂ ਕਰੋ। ਥੋੜਾ ਪੋਸਚਰ ਕਰੈਕਸ਼ਨ। ਸਪਾਈਨ ਸਾਡੀ 90 to 110 ਦੇ ਵਿੱਚ ਰਿਲੈਕਸ ਹੈ। ਅਗਰ ਕਦੀ ਕੋਈ ਅਕਿਊਟ ਪੇਨ ਆਂਦਾ ਹੈ, ਤਿੱਖਾ ਪੇਨ, ਉਸ ਟਾਈਮ ਆਪਾਂ ਹਾਈਬਰਨੇਸ਼ਨ ਚੱਲ ਜਾਣਾ, ਮਤਲਬ ਰੋਕ ਲੈਣਾ ਆਪਣੇ ਆਪ ਨੂੰ। ਜ਼ਿਆਦਾ ਪੁਸ਼ ਨਹੀਂ ਕਰਨਾ। ਇਹ ਨਹੀਂ ਕਿ ਗੋਲੀ ਖਾ ਕੇ। ਸਟਿਚਿੰਗ ਦਾ ਕੰਮ ਕਰਦੇ ਇੱਕ ਟਾਈਮ ਤੇ ਕਿੰਨੇ ਦੇਰ ਤੱਕ ਬੈਠੇ ਰਹਿਣਾ ਚਾਹੀਦਾ ਇਹਨਾਂ ਨੂੰ? ਨਹੀਂ, ਵਿੱਚ ਵਿੱਚ ਫ੍ਰੀਕੁਐਂਟ ਬ੍ਰੇਕ ਲਓ, ਹੈ ਨਾ। 2 to 3 ਆਵਰਸ ਦਾ ਕੰਮ ਕਰੋ, ਫ੍ਰੀਕੁਐਂਟ ਬ੍ਰੇਕਸ ਲਓ, ਹੈ ਨਾ। ਇਹ ਇੰਨਾ ਆਪਾਂ ਕਹਿ ਸਕਦੇ ਹਾਂ। ਸਪਾਈਨ ਦਾ ਮੈਂ ਆਈ ਕੈਨ ਟੈਲ ਕਿ ਐਗਜ਼ੈਕਟ ਪੋਜੀਸ਼ਨ ਕੀ ਹੈ। 90 to 110 ਚ ਰਿਲੈਕਸ ਹੈ। ਨੈਕ ਜ਼ਿਆਦਾ ਫਲੈਕਸ ਨਹੀਂ ਕਰਨਾ, ਨੈਕ ਜ਼ਿਆਦਾ ਐਕਸਟੈਂਡ ਨਹੀਂ ਕਰਨਾ। ਤੁਸੀਂ ਹਾਈਪਰ ਫਲੈਕਸ ਕਰੋਗੇ, ਇਹ ਦੁਖੇਗਾ। ਕਿਸ ਚੀਜ਼ ਦਾ ਕੰਮ ਜ਼ਿਆਦਾ ਲਓਗੇ, ਜਿਹੜੀ ਤਿਆਰ ਨਹੀਂ, ਉਹ ਦੁਖੇਗਾ, ਆਫ ਕੋਰਸ ਦੁਖੇਗਾ। ਮੇਰੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਊਗਾ, ਪਤਾ ਨਹੀਂ ਕਿੰਨੀਆਂ ਕੈਂਚੀਆਂ ਲਾਣਗੇ, ਕਿੰਨੇ ਕ ਟਾਂਕੇ ਲਾਣਗੇ। ਬੰਦਾ ਇਸ ਡਰੋਂ ਵੀ ਹਸਪਤਾਲ ਦਾ ਮੂੰਹ ਨਹੀਂ ਕਰਦਾ ਵੀ ਚਲੋ ਐਦਾਂ ਆਪਣੀ ਜ਼ਿੰਦਗੀ ਪਾਰ ਕਰ ਲਾਂਗੇ। ਪਰ ਅੱਜ ਤਕਨੀਕ ਕਿਤੇ ਅੱਗੇ ਵਧੀ ਹੈ ਜਾਂ ਉਹੀ ਕੈਂਚੀ ਛੁਰੇ ਚੱਲਦੇ ਆ? ਨਹੀਂ, ਕੈਂਚੀ ਛੁਰੇ ਦਾ ਹਿਸਾਬ ਚਲਾਣੇ ਪੈਂਦੇ ਆ, ਹੈ ਨਾ। ਮਤਲਬ ਇਹ ਹੁਣ ਅੱਜ ਕੱਲ ਜੋ ਟੈਕਨੀਕ ਹੈ ਛੋਟੇ ਚੀਰੇ ਦੀ, ਕਿ ਪਹਿਲੇ ਤਾਂ ਸਾਡੇ ਜਿਹੜੇ ਸੀਨੀਅਰ ਹੁੰਦੇ ਤੇ ਕੰਮ ਤਾਂ ਉਦੋਂ ਵੀ ਅੱਛਾ ਕਰਦੇ ਸੀ। ਉਹ ਪੂਰਾ ਖੋਲਦੇ ਸੀ। ਲੈਟਸ ਸੇ ਮੈਂ L4-5 ਖੋਲਣਾ, ਉਹ L2 ਤੋਂ ਸ਼ੁਰੂ ਹੋ ਕੇ L ਨੀਚੇ ਤੱਕ ਜਾਣਾ। ਪੂਰੀ ਰੀੜ ਦੀ ਹੱਡੀ ਹਾਂ, ਖੋਲਦੇ ਪੂਰਾ ਅੱਖਾਂ ਨਾਲ ਦੇਖੋਗੇ। ਉਦੋਂ ਲਾਈਟਾਂ ਅੱਛੀਆਂ ਨਹੀਂ, ਮਾਈਕਰੋਸਕੋਪ ਨਹੀਂ ਹੁੰਦੇ ਸੀ। ਮੰਨ ਕੇ ਚੱਲੋ ਕਿ ਮੇਰੀ ਰੀੜ ਦੀ ਹੱਡੀ 'ਚ ਕੋਈ ਸਮੱਸਿਆ ਹੈ, ਹਾਂ, ਹੈਨਾ, ਤੇ ਹਾਂ ਇਹ ਹੈ, ਹਾਂ, ਹਾਂ। ਤੇ ਪੂਰਾ ਮਤਲਬ ਕਿ ਤੁਹਾਡੇ ਕੋਲ ਇੰਨੀ ਟੈਕਨੋਲੋਜੀ ਹੈ ਕਿ ਤੁਸੀਂ ਇੱਕ ਥਾਂ ਤੇ ਕੋਈ ਆਪਣਾ ਮਾਈਕਰੋਸਕੋਪ ਲਗਾ ਕੇ ਪੂਰੇ ਸਮੱਸਿਆ ਨੂੰ ਪਤਾ ਕਰ ਸਕਦੇ ਹੋ ਵੀ ਕੀ ਦਿੱਕਤ ਹੈ ਔਰ ਕਿੱਥੇ ਕਿੱਥੇ ਹੈ। ਉਹਨੂੰ ਅਪਰੋਚ ਕਿਵੇਂ ਕਰਨਾ, ਉਹ ਆਪਾਂ ਮਲਟੀਪਲ ਚੀਜ਼ਾਂ ਦੇਖ ਕੇ ਕਰਦੇ ਹਾਂ। MRI ਤੇ CT ਦੋਨਾਂ ਕੋਲੈਬ ਕਰਕੇ ਕਿੱਦਾਂ ਜਾਣਾ। ਇਹ ਜਿਹੜੀ ਰੀੜ ਦੀ ਹੱਡੀ ਟੇਢੀ ਹੋਈ ਪਈ ਹੈ ਫੀਮੇਲ ਦੀ, ਅੱਜ ਕੱਲ ਪਹਿਲੇ ਤਾਂ ਪੂਰਾ ਚੀਰਾ ਵੱਜਦਾ ਸੀਗਾ। ਇਹ ਕਾਫੀ ਆਪਾਂ ਦੇਖਦੇ ਹਾਂ ਬੱਚੇ ਵੀ ਹੁੰਦੇ ਜਿਹੜੇ ਕੁੱਬੇ ਜਿਹੇ ਹੁੰਦੇ ਆ, ਜਾਂ 올ਡ ਏਜ ਵਿੱਚ ਲੋਕੀ ਟੇਢੇ ਹੋ ਜਾਂਦੇ। ਉਹ ਸਾਰੇ ਆਪਾਂ ਰੀੜ ਦੀ ਹੱਡੀ ਸਿੱਧੀ ਕਰਦੇ ਹਾਂ। ਇਹ ਸਪਾਈਨ ਦੇ ਵੱਡੇ ਆਪਰੇਸ਼ਨਾਂ 'ਚ ਮੰਨਿਆ ਜਾਂਦਾ ਹੈ। ਇਹਦੇ ਵਿੱਚ ਪੂਰਾ ਨਹੀਂ ਖੁੱਲਦਾ।
ਹੁਣ ਕੀ ਕਰਦੇ ਆ ਆਪਾਂ ਇੰਨੇ ਚੀਰੇ ਚੀਰੇ ਮਾਰ ਕੇ ਜਿੱਥੇ ਤੇ ਸਕਰੂ ਪੈਣਾ ਉੱਥੇ ਤੇ ਚੀਰਾ ਮਾਰ ਕੇ ਫਿਰ ਇੱਕੋ ਸਾਈ ਰੋਡ ਪਾ ਕੇ ਫਿਰ ਸਿੱਧਾ ਕਰ ਦੇਣਾ। ਕੋਈ ਮਤਲਬ ਵਿਚਾਲੇ ਚੀਰਾ ਹੀ ਨਹੀਂ ਮਿਲਦਾ ਅੱਜ ਕੱਲ੍ਹ। ਅੱਛਾ। ਹਾਂ, ਚੀਰਾ ਨਾ ਦੇਣ ਦਾ ਇਹ ਨੁਕਸਾਨ ਹੁੰਦਾ ਹੈ, ਕਿਉਂਕਿ ਮਤਲਬ ਚੀਰਾ ਦੇਣ ਦਾ ਇਹ ਨੁਕਸਾਨ ਹੁੰਦਾ ਹੈ ਕਿ ਮਸਲ ਕੱਟਿਆ ਜਾਂਦਾ ਹੈ। ਅੱਛਾ। ਹੁਣ ਸਾਡਾ ਸਾਰਾ ਮਸਲ ਜੇ ਮੈਂ ਦੱਸਾਂ ਰੀੜ ਦੀ ਹੱਡੀ ਦੇ ਬੈਕ ਤੇ ਅਟੈਚਡ ਹੈ, ਮਿਡ ਲਾਈਨ ਤੇ ਆ ਸਾਰਾ ਮਸਲ ਜਿਹੜਾ ਇੰਨਾ ਪਿੱਛੇ ਹੈ ਨਾ ਆ ਵਿਚਾਲੇ ਅਟੈਚ ਹੁੰਦਾ। ਇੱਥੋਂ ਜਿੱਦਾਂ ਇਹ ਹੱਡੀ ਤੋਂ ਚੱਲੇ ਇੱਥੇ ਇੱਦਾਂ, ਮੈਂ ਜਦੋਂ ਵਿਚਾਲੇ ਚੀਰਾ ਦਊਂਗਾ ਮੈਂ ਸਾਰਾ ਮਸਲ ਹਟਾ ਦੇਣਾ ਜਿਹੜਾ ਰੱਬ ਨੇ ਜੋੜਿਆ ਸੀਗਾ। ਉਹ ਫਿਰ ਫ੍ਰੀ ਰਹਿੰਦਾ ਹੈ। ਫਿਰ ਪੇਸ਼ੈਂਟ ਕਹਿੰਦਾ ਮੇਰੀ ਪਿੱਠ ਉੱਪਰ ਡਾਕਟਰ ਸਾਹਿਬ ਉਹ ਤਾਂ ਠੀਕ ਹੈ, ਸੁਣਪਣ ਠੀਕ ਹੈ, ਪਿੱਠ ਆਕੜੀ ਜੀ ਰਹਿੰਦੀ ਹੈ, ਬਹੁਤ ਜ਼ਿਆਦਾ ਦੇਰ ਬੈਠ ਨਹੀਂ ਪਾਉਂਦਾ। ਉਹ ਹੈ ਕੋਈ ਝਟਕਾ ਲੱਗ ਜਾਏ ਫਿਰ ਦੁਖਣ ਲੱਗ ਪੈਂਦੀ ਹੈ, ਥੱਲੇ ਬੈਠ ਕੇ ਉੱਠਿਆ ਫਿਰ ਉਹ ਇਸ ਕਰਕੇ ਕਿ ਮਸਲ ਸਾਰਾ ਤੁਸੀਂ ਫ੍ਰੀ ਕਰਤਾ। ਅੱਛਾ। ਮਸਲ ਦੀ ਅਟੈਚਮੈਂਟ ਤੁਸੀਂ ਫ੍ਰੀ ਕਰਤੀ, ਤੁਸੀਂ ਇੱਕ ਚੀਜ਼ ਤੋਂ ਕੱਢਿਆ ਦੂਸਰੀ ਚੀਜ਼ ਨੂੰ ਬਾੜਤਾ, ਤੇ ਉਹ ਉਸ ਕਰਕੇ ਰੀੜ ਦੀ ਹੱਡੀ ਵੀ ਬਦਨਾਮ ਸੀਗੀ। ਹੁਣ ਕੀ ਇਹ ਚੀਰਾ ਹੀ ਨਹੀਂ ਲੱਗਦਾ, ਮਸਲ ਕੱਟਿਆ ਨਹੀਂ ਜਾਂਦਾ। ਯਾਰ ਇਹ ਘੱਟ ਤੋਂ ਘੱਟ ਜਿਹੜਾ ਹੁੰਦਾ ਵੀ ਘੱਟ ਟਿਸ਼ੂ ਡੈਮੇਜ, ਇੱਕ ਤਾਂ ਤੁਸੀਂ ਪੇਸ਼ੈਂਟ ਨੂੰ ਜ਼ਿਆਦਾ ਨਈ ਚੀਜ਼ ਨਹੀਂ ਦਿੱਤੀ, ਨਇਆ ਡੈਮੇਜ ਨਹੀਂ ਦਿੱਤਾ। ਛੋਟਾ ਚੀਰੇ ਦੇ ਨਾਲ ਇਨਫੈਕਸ਼ਨ ਵੀ ਘੱਟ ਹੈ, ਉੱਥੇ ਟਿਸ਼ੂ ਲਾਸ ਵੀ ਘੱਟ ਹੈ, ਬਲੱਡ ਲਾਸ ਵੀ ਘੱਟ ਹੈ। ਇੱਥੇ ਜਿੰਨੇ ਵੀ ਲੋਕ ਆਏ ਨੇ ਕੋਈ ਸਵਾਲ ਤੁਹਾਡਾ ਹੋਏਗਾ ਤੁਸੀਂ ਜ਼ਰੂਰ ਪੁੱਛ ਲਓ ਸਾਡੇ ਤੋਂ, ਕਿਉਂਕਿ ਸਵਾਲ ਜਦ ਤੱਕ ਨਹੀਂ ਪੁੱਛੋਗੇ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੋਣਾ। ਮੈਡਮ ਤੁਸੀਂ ਕੁਝ ਪੁੱਛਣਾ ਚਾਹੁੰਦੇ ਤੁਸੀਂ ਆ ਸਕਦੇ ਹੋ ਅੱਗੇ। ਤੁਸੀਂ ਆਪਣੀ ਏਜ 29 ਸਾਲ ਦੱਸ ਰਹੇ ਸੀ, 30 ਸਾਲ ਦੱਸ ਰਹੀ, ਤੁਹਾਨੂੰ ਕੀ ਸਮੱਸਿਆ ਹੈ? ਇਹ ਰੀੜ ਦੀ ਹੱਡੀ ਦੀ ਪ੍ਰੋਬਲਮ ਹੈ। ਮਤਲਬ ਕਿ 24 ਘੰਟੇ ਦੁਖਦੀ ਰਹਿੰਦੀ ਹੈ ਕਿਸੇ ਸਹੀ ਉਹ ਕਿਸੇ ਇੱਕ ਜਿੱਦਾਂ ਆਪਾਂ ਬਹਿੰਦੇ ਆ ਨਾ, ਬਹਿ ਕੇ ਕੰਮ ਕਰਦੇ ਆ, ਜਦ ਵੀ ਜਿਵੇਂ ਆਪਾਂ ਕੱਪੜੇ ਕੁੱਪੜੇ ਕੱਢਦੇ ਮਸ਼ੀਨ 'ਚ, ਜਦ ਵੀ ਤੁਹਾਡੀ ਟੇਲ ਬੋਨ ਤੇ ਹੈ ਕਿ ਲੋਅਰ ਬੈਕ ਹੈ? ਨਿਚਲੇ ਪਾਸੇ। ਇੱਕ ਵਾਰ ਘੁੰਮੋ, ਹੱਥ ਲਗਾਓ ਕਿੱਥੇ। ਅੱਛਾ, ਠੀਕ ਹੈ ਠੀਕ ਹੈ। ਕਿਵੇਂ ਚੁੱਕੇ ਵਜਨ ਉਠਾਉਣ ਤੋਂ ਹੀ ਹੈ? ਨਹੀਂ ਮਤਲਬ ਜ਼ਿਆਦਾ ਕਦੋਂ ਵੱਧਦੀ ਹੈ? ਹੁਣ ਖੜੇ ਹੁਣ ਵੀ ਹੈ? ਹਾਂਜੀ, ਖੜੇ ਹੋਣ ਤੇ ਕੁਝ ਕਰਾਇਆ ਐਕਸਰੇ ਵਗੈਰਾ ਆਪਣਾ? ਕੁਛ ਨਹੀਂ ਜੀ, ਹੁਣੀ 2-3 ਮਹੀਨੇ ਜ਼ਿਆਦਾ ਪਤਾ ਲੱਗ ਰਿਹਾ। ਤੇ ਵੱਧ ਰਹੀ ਹੈ ਹੌਲੀ ਹੌਲੀ? ਤੁਸੀਂ ਦੱਸੋ, ਜਿਹੜੀ ਚੀਜ਼ ਵੱਧ ਰਹੀ ਹੈ ਤੇ ਤੁਸੀਂ ਉਹਨੂੰ ਰੋਕ ਵੀ ਨਹੀਂ ਰਹੇ, ਫਿਰ ਕਿਵੇਂ ਮੈਨੇਜ ਕਰੀਏ? ਕੋਈ ਵੀ ਬਿਮਾਰੀ ਇਦਾਂ ਜਿਹੜੀ ਵੱਧ ਰਹੀ ਹੈ ਰੋਜ਼, ਤੁਹਾਨੂੰ ਪਤਾ ਰੋਜ਼ ਮੇਰਾ ਕੰਮ ਤਾਂ ਕਰਨਾ ਰੁਕਣਾ ਨਹੀਂ, ਤੁਸੀਂ ਕਿੱਥੇ ਰੁਕਣਾ? ਪਿੰਡਾਂ 'ਚ ਕੌਣ ਰੁਕਦਾ ਹੈ? ਉਹ ਦਿਖਾਣ ਜਾਣ 'ਚ ਕੋਈ ਪੈਸਾ ਜ਼ਿਆਦਾ ਨਹੀਂ ਹੈ। ਸਰਕਾਰੀ ਚਲੇ ਜਾਓਗੇ 20 ਰੁਪਏ ਦੀ 50 ਰੁਪਏ ਦੀ ਪਰਚੀ, ਇੱਕ ਵਾਰ ਓਪੀਨੀਅਨ ਬਣ ਜਾਂਦਾ ਕਿ ਹਾਂ ਜ਼ਿਆਦਾ ਸੀਰੀਅਸ ਤਾਂ ਨਹੀਂ ਹੈ। ਤੁਸੀਂ ਡਾਕਟਰ ਸਾਹਿਬ ਕਿਹਾ ਨਾ ਕਿ ਜੇ ਤੁਸੀਂ ਠੀਕ ਰਹਿਣਾ ਤਾਂ ਐਕਸਰਸਾਈਜ਼ ਕਰੋ, ਆਪਣੇ ਆਪ ਨੂੰ ਠੀਕ ਰੱਖੋ। ਹੁਣ ਇੱਥੇ ਮੈਂ ਜਿੰਨੇ ਵੀ ਏਜ ਵਾਲੇ ਹੈਗੇ ਇਹਨਾਂ ਨੂੰ ਮੈਂ ਪੁੱਛ ਲਵਾਂ ਨਾ, ਕਹਿਣਗੇ ਅਸੀਂ ਪਿੰਡਾਂ 'ਚ ਪੁੱਤ ਬੈਠੇ ਆ ਤੇ ਅਸੀਂ ਸਾਰਾ ਦਿਨ ਕੰਮ ਹੀ ਕਰੀਦਾ, ਐਕਸਰਸਾਈਜ਼ ਹੀ ਹੋ ਗਈ ਹਨਾ। ਫਿਰ ਸਾਰਾ ਦਿਨ ਕੰਮ ਕਰੀਦਾ, ਉਹ ਐਕਸਰਸਾਈਜ਼ ਹੈ ਜਾਂ ਸਮਾਂ ਕੱਢ ਕੇ ਐਕਸਰਸਾਈਜ਼ ਕਰਨਾ ਉਹ ਜ਼ਰੂਰੀ ਹੈ? ਨਹੀਂ ਦੇਖੋ, ਮੇਰੇ ਖਿਆਲ ਤਾਂ ਤੁਹਾਨੂੰ ਆਪਣੀ ਬੈਕ ਦਾ ਥੋੜਾ ਧਿਆਨ ਰੱਖਣਾ ਚਾਹੀਦਾ ਹੈ। ਮੈਂ ਤਾਂ ਇਹੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ, ਆਪਣੀ ਬੈਕ ਦੀ ਐਕਸਰਸਾਈਜ਼ ਸਾਰੇ ਲਗਾਓ। ਸਪੈਸ਼ਲੀ ਜਿਹੜੀ ਮੀਨੋਪੌਜ਼ ਜਿਹੜੇ ਨੇ ਪੀਰੀਅਡ ਵਗੈਰਾ ਬੰਦ ਹੋ ਚੁੱਕੇ ਨੇ, ਉਹ ਫੀਮੇਲਸ ਨੂੰ ਕਾਫੀ ਜ਼ਿਆਦਾ ਜ਼ਰੂਰਤ ਹੈ। ਕਿਉਂਕਿ ਮਣ ਕੇ ਕਈ ਲੋਕ ਮੇਰੇ ਕੋਲ ਫੀਮੇਲ ਜਾਂਦੀਆਂ ਉਹ ਖਾਂਸੀ ਤੇ ਤੋੜ ਲੈਂਦੀ, ਇੰਨੇ ਪਤਲੇ ਹੋ ਜਾਂਦੇ ਕਿ ਜੋ ਖਾਂਸੀ ਦੇ ਲਗਾਤਾਰ ਖਾਂਸੀ ਜਿਹੜੀ ਪਿੱਠ ਦਾ ਦਰਦ ਸ਼ੁਰੂ ਹੋ ਗਿਆ, ਉਹ ਐਮਆਰਆਈ ਕਰਾਉਂਦੇ ਮਣਕਾ ਟੁੱਟ ਗਿਆ, ਇੰਨੇ ਕਮਜ਼ੋਰ ਹੋ ਜਾਂਦੇ। ਹੁਣ ਜਿਵੇਂ ਕਿ ਨਾ ਕਈ ਸਾਰੇ ਯੰਗ ਲੋਕ ਵੀ ਖੜੇ ਨੇ ਸਾਡੇ ਕੋਲ, ਇਹਨਾਂ ਨੂੰ ਕਿਸ ਚੀਜ਼ ਦਾ ਧਿਆਨ ਰੱਖਣਾ? ਜੇ ਸਮੱਸਿਆ ਹੈ ਤਾਂ ਉਹ ਤਾਂ ਅਸੀਂ ਇਹਨਾਂ ਤੋਂ ਪੁੱਛ ਹੀ ਲਵਾਂਗੇ। ਤੁਹਾਡੇ 'ਚ ਕਿਸੇ ਨੂੰ ਸਮੱਸਿਆ ਹੈਗੀ ਜੀ? ਤੁਹਾਡੇ ਤਾਂ ਅਸੀਂ ਗੱਲ ਕਰ ਲਈ ਹੈ, ਤੁਹਾਡੇ 'ਚ ਕਿਸੇ ਨੂੰ ਕੋਈ ਸਮੱਸਿਆ ਮੰਨ ਕੇ ਤੁਸੀਂ 1 ਮਿੰਟ ਅੱਗੇ ਆ ਭਾਜੀ। ਹੁਣ ਇਹ ਹੈਗੇ ਆ ਸੇਮ ਪਿੰਡ, ਇਹੀ ਪਿੰਡ ਆਪਣਾ? ਹਾਂਜੀ। ਅੱਛਾ, ਹੁਣ ਇਹ ਮੇਰੇ ਕੋਲ ਖੜੇ ਆ, ਜਿਵੇਂ ਕਿ ਇਹਨਾਂ ਨਾਲ ਅਸੀਂ ਗੱਲ ਕੀਤੀ, ਇਹਨਾਂ ਦੀ ਸਿਹਤ ਨੂੰ ਦੇਖ ਕੇ ਲੱਗਦਾ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਹੋ ਸਕਦੀ। ਵਧੀਆ ਗੱਲ ਹੈ ਕਿ ਇਹਨਾਂ ਕੋਲ ਸਮੱਸਿਆ ਨਹੀਂ ਹੈਗੀ ਹੈ। ਫਿਊਚਰ 'ਚ ਸਮੱਸਿਆ ਨਾ ਹੋਵੇ ਉਹਦੇ ਵਾਸਤੇ ਕੀ ਕਰਨ? ਹੈਗੀ ਹੈ? ਲਓ ਜੀ, ਹੈਗੀ ਹੈ। ਇਹਨਾਂ ਨੂੰ ਕੀ ਸਮੱਸਿਆ ਹੈਗੀ ਹੈ? ਇਹ ਬੈਕ ਪੇਨ ਹੈ ਤੇ ਨੈਕ ਪੇਨ ਹੈ, ਸ਼ੋਲਡਰ ਪੇਨ ਮੇਰਾ ਰਹਿੰਦਾ ਵਾ। 1 ਮਿੰਟ ਡਾਕਟਰ ਸਾਹਿਬ, ਇਹ ਬਿਲਕੁਲ ਸਾਡੇ ਕੋਲ ਯਾਰ ਇੰਨੀ ਘੱਟ ਉਮਰ 'ਚ ਪੈਨ ਹੈਗੀ ਹੈ? ਇਹ ਹੁਣੇ ਹੋਣ ਲੱਗਿਆ 4-5 ਦਿਨ ਤੋਂ। ਬਸ ਸਾਡੇ ਕੋਈ ਆਣੇ ਸੀਗੇ। ਹਾਂ, ਪਿੱਛੇ ਮਤਲਬ ਕਿ ਆ ਚੀਜ਼ ਹੈ ਤੁਹਾਡੀ ਸਮੱਸਿਆ? ਕੀ ਚੱਕਿਆ ਸੀ? ਕੁਝ ਹੋਇਆ ਸੀ? ਨਹੀਂ, ਕੁਝ ਨਹੀਂ ਇਦਾਂ ਦਾ। ਕੋਈ ਜੌਬ ਬੈਠਣ ਵਾਲੀ ਕਰਦੇ ਹੋ? ਕੋਈ ਪੋਸਚਰ ਸਿਟਿੰਗ ਜੌਬ ਹੈ? ਨਹੀਂ, ਜੌਬ ਸਿਟਿੰਗ ਹੈ ਐਕਚੁਅਲੀ ਮੇਰੀ। ਮੈਂ ਤਾਂ ਹੀ ਕਹਿ ਰਿਹਾ ਕਿ ਇਟਸ ਹਾਈ ਟਾਈਮ ਕਿ ਆਪਾਂ ਬੈਕ ਦਾ ਧਿਆਨ ਰੱਖਣਾ ਸ਼ੁਰੂ ਕਰ ਦਈਏ। ਹਮੇਸ਼ਾ ਅੱਧਾ ਘੰਟਾ ਸਵੇਰੇ ਕੱਢੋ, ਬੈਕ ਦੀ ਐਕਸਰਸਾਈਜ਼ ਲਾਓ, ਤੁਹਾਨੂੰ ਪੂਰਾ ਦਿਨ ਅੱਛਾ ਲੱਗੇਗਾ ਕਿ ਹਾਂ ਹੁਣ ਅੱਜ ਪਿੱਠ ਥੋੜੀ ਰਿਲੈਕਸ ਹੈ। ਕੀ ਕੰਮ ਕਰਦੇ ਤੁਸੀਂ? ਮੇਰੀ ਸ਼ਾਪ ਹੈ ਕੱਪੜੇ ਦੀ ਨਾ, ਖਾਲਸਾ ਕੰਮ ਹੈ। ਸਾਰਾ ਦਿਨ ਬੈਠਾ ਰਹਿਣਾ। ਉਹੀ ਹੈ ਨਾ ਕਿ ਸਵੇਰੇ 9 ਵਜੇ ਤੋਂ ਤਾਂ ਪੈਸੇ ਕਮਾਣੇ ਸ਼ੁਰੂ ਕਰ ਲੈਂਦੇ ਆ ਤੇ ਪਿੱਠ ਦਾ ਧਿਆਨ ਹੀ ਨਹੀਂ। ਕੋਈ ਗੱਲ ਨਹੀਂ, ਡਾਕਟਰ ਸਾਹਿਬ ਕੋਲ ਚੱਲ ਜਿਓ, ਥੋੜੇ ਜਿਹੇ ਪੈਸੇ ਇਹਨਾਂ ਨੂੰ ਦੇ ਦਿਓ। ਪਰ ਇਹ ਹੈ ਕਿ ਮੈਨੂੰ ਇਹ ਦੱਸਿਓ ਕਿ ਡਾਕਟਰ ਸਾਹਿਬ ਜਿਵੇਂ ਕਿ ਇਹਨਾਂ ਨੇ ਲੋਅਰ ਬੈਕ ਦੀ ਸਮੱਸਿਆ ਦੱਸੀ ਹੈ, ਹਜੇ ਤਾਂ ਯੰਗ ਏਜ ਹੈ, ਉਹਨਾਂ ਮਹਿਸੂਸ ਨਹੀਂ ਹੋਏਗਾ, ਪਰ ਮੰਨ ਲਓ ਕਿ ਮੈਂ ਇਹ ਮੰਨ ਕੇ ਚੱਲਣਾ ਕਿ ਇਹਨਾਂ ਨੇ ਧਿਆਨ ਨਹੀਂ ਦਿੱਤਾ ਤੇ ਇਹ ਹੌਲੀ ਹੌਲੀ ਇਹਨਾਂ ਨੂੰ ਨੈਕਸਟ ਸਾਈਨ ਕੀ ਹੋਏਗਾ? ਇਹ ਡੇਲੀ ਬੇਸ ਤੇ ਆਉਣ ਲੱਗ ਜਾਏਗੀ? ਫ੍ਰੀਕੁਐਂਸੀ ਵੱਧਦਾ ਹੈ, ਪੇਨ ਦਾ ਸਿਵਿਰਿਟੀ ਵੱਧਦਾ ਹੈ, ਠੀਕ ਹੈ। ਪੇਸ਼ੈਂਟ ਫਿਰ ਲੰਬੇ ਟਾਈਮ ਤੱਕ ਬੈਠ ਖੜ ਨਹੀਂ ਪਾਉਂਦਾ, ਫਿਰ ਉਹ ਟੁੱਟਦਾ ਘਟਦਾ, ਸਾਰੀ ਚੀਜ਼ਾਂ ਬਹੁਤ ਸਾਰੇ ਲੋਕ ਕਹਿੰਦੇ ਨੇ, ਜੇ ਤੁਹਾਡਾ ਨਾਮ ਦੱਸੋ ਤੁਸੀਂ? ਹਰਵਿੰਦਰ ਸਿੰਘ। ਹਰਵਿੰਦਰ, ਜੇ ਕੱਲ ਨੂੰ ਕਿਸੇ ਆ ਬਜ਼ੁਰਗਾਂ ਦੇ ਵੀ ਜਾ ਕੇ ਉਹਨੇ ਬੀਬੀ ਨੂੰ ਜਾ ਕੇ ਬੀਬੀ ਮੇਰਾ ਲੱਕ ਦੁਖਦਾ ਹੈ, ਬੀਬੀ ਨੇ 4 ਗਾਲਾਂ ਪਹਿਲਾਂ ਦੇਣੀਆਂ ਕਿ ਤੂੰ ਹਜੇ ਤੇਰੀ ਉਮਰ ਕਿੰਨੀ ਹੋਈ, ਤੇਰੀ ਲੱਕ ਦੁਖਣ ਲੱਗ ਗਿਆ। ਪਰ ਇਸ ਨੂੰ ਸਾਨੂੰ ਸੀਰੀਅਸ ਤਾਂ ਲੈਣਾ ਹੀ ਪਊਗਾ, ਹੈਨਾ? ਉਸ ਦੇ ਲਈ ਮੰਨ ਲਓ ਕਿ ਜਿੰਨੇ ਵੀ ਯੰਗ ਲੋਕ ਨੇ
ਯੰਗ ਲੋਕ ਜਿਨ੍ਹਾਂ ਕਈ ਲੋਕ ਸਪੋਰਟਸ ਵੀ ਕਰਦੇ ਹੋਣਗੇ, ਜਿਵੇਂ ਗਰਾਊਂਡ ਸਾਡੇ ਸਾਹਮਣੇ ਦਿਖ ਰਿਹਾ, ਮੁੰਡੇ ਖੇਡ ਰਹੇ ਆ, ਕਈ ਲੋਕ ਇੱਥੇ ਰਨਿੰਗ ਵੀ ਕਰ ਰਹੇ ਸੀ, ਮੈਂ ਦੇਖ ਰਿਹਾ ਸੀ। ਇਹਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਕਿ ਇਹ ਸਪਾਈਨ ਦੇ ਨਾਲ ਸੰਬੰਧਿਤ ਕੋਈ ਇੰਜਰੀ ਨਾ ਕਰ ਬੈਠਣ? ਦੇਖੋ ਸਪੋਰਟਸ ਵਾਲੇ ਜਿੰਨੇ ਵੀ ਹੈ ਉਹ ਅੱਗੇ ਐਕਚੁਅਲੀ ਉਹਨਾਂ ਦਾ ਟ੍ਰੇਨਰ ਤਾਂ ਹੁੰਦਾ ਹੀ ਹੈ, ਉਹ ਹਮੇਸ਼ਾ ਵਾਰਮ ਅਪ ਬਹੁਤ ਅੱਛਾ ਕਰਾਉਂਦੇ ਆ। ਤੋ ਬੋਡੀ ਨੂੰ ਹੀਟ ਅਪ ਕਰੋ। ਕੋਲਡ ਬੋਡੀ ਨੂੰ ਤੁਸੀਂ ਬੋਲੋ ਦੌੜ ਫਿਰ ਉਹ ਤਾਂ ਉਹੀ ਹੋ ਗਿਆ ਜਿੱਦਾਂ ਮਤਲਬ ਇੱਕ ਨੁਕਸਾਨ ਪਹੁੰਚਾਉਣ ਵਾਲਾ। ਤਾਂ ਹਮੇਸ਼ਾ ਅੱਧਾ ਪੌਣਾ ਘੰਟਾ ਹਰ ਕੋਚ ਐਡਿਕੁਏਟ ਵਾਰਮ ਅਪ ਕਰਵਾਉਂਦਾ ਹੈ। ਤੁਸੀਂ ਜਿਮ ਵੀ ਜਾਂਦੇ ਹੋ ਤਾਂ ਟ੍ਰੇਨਰ ਜਿਹੜਾ ਅੱਛਾ ਹੈ ਉਹ ਹਮੇਸ਼ਾ ਬੋਲਦਾ ਪਹਿਲੇ ਗੋ ਫॉर ਸਮ ਕਾਰਡੀਓ ਐਂਡ ਉਹਦੇ ਵਾਸਤੇ ਜਾਓ। ਉਹ ਕਰਨੀ ਪੈਂਦੀ ਹੈ। ਸਰੀਰ ਨੂੰ ਹੀਟ ਅਪ ਕਰੋ, ਹਰ ਇੱਕ ਮਸਲ ਨੂੰ ਬਲੱਡ ਫਲੋ ਵਧਾਓ, ਫਿਰ ਮਸਲ ਦਾ ਯੂਜ਼ ਲਓ। ਇਦਾਂ ਹੀ ਕਰਨਾ ਹੁੰਦਾ ਹੈ। ਹਰ ਕੋਈ ਵੀ ਐਕਟੀਵਿਟੀ ਆਪਾਂ ਕਰਨ ਲੱਗੇ ਹਾਂ, ਲੈਟਸ ਸੇ ਕੋਈ ਵਜਨ ਹੈ ਤਾਂ ਇੱਕ ਵਰਕਅਪ ਹੀਟ ਅਪ ਜ਼ਰੂਰੀ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ਸ਼ੁਰੂ ਕਰੋ। ਤੇ ਸਾਰਿਆਂ ਨੂੰ ਇਹੀ ਰਿਕੁਐਸਟ ਹੈ, ਬੈਕ ਦੀਆਂ ਐਕਸਰਸਾਈਜ਼ਾਂ, ਬੈਕ, ਕੋਰ ਤੇ ਲੈਗਸ, ਇਹ ਬਹੁਤ ਸਟਰੋਂਗ ਚਾਹੀਦੀਆਂ, ਮਤਲਬ ਅੱਛੀਆਂ ਚਾਹੀਦੀਆਂ। ਇਹ ਜੇ ਤੁਹਾਡੀਆਂ ਫਿੱਟ ਨੇ ਤੁਸੀਂ ਫਿੱਟ ਹੋ। ਕਈ ਲੋਕ ਜਦੋਂ ਜਿਮ ਵਗੈਰਾ ਕਰਦੇ ਆ, ਜਿੰਮਾਂ ਦੇ ਵਿੱਚ ਜਾ ਕੇ ਉਹ ਲਿਫਟ ਤਾਂ ਘੱਟ ਕਰਦੇ, ਈਗੋ ਲਿਫਟਿੰਗ ਜ਼ਿਆਦਾ ਕਰਦੇ ਆ ਕਿ ਮੈਂ ਜੀ ਫਲਾਣੇ ਨੇ ਤਾਂ 15 ਕਿਲੋ ਚੱਕਿਆ, ਮੈਂ 25 ਕਿਲੋ ਚੱਕ ਕੇ ਦਿਖਾਊਂਗਾ ਤੈਨੂੰ। ਜਦੋਂ 25 ਕਿਲੋ ਚੱਕ ਲੈਂਦੇ ਪਰ ਦੱਸਦੇ ਬਾਅਦ ਚੋਂ ਜਾ ਕੇ ਡਾਕਟਰ ਸਾਹਿਬ ਨੂੰ, ਡਾਕਟਰ ਸਾਹਿਬ ਆਹ ਕੰਮ ਬਣ ਗਿਆ ਮੇਰੀ, ਔਰ ਸਭ ਤੋਂ ਸਿੱਧਾ ਅਸਰ ਉਹਦਾ ਸਪਾਈਨ ਤੇ ਹੀ ਪੈਂਦਾ ਪੂਰੇ weight ਦਾ। ਨਹੀਂ ਹਾਂ ਆਫ ਕੋਰਸ ਸਾਰੀ ਸਪਾਈਨ ਦਾ ਸਭ ਤੋਂ ਜ਼ਿਆਦਾ ਲੋਡ ਇੱਥੇ ਆਉਂਦਾ ਹੈ, ਫਿਰ ਲੱਤਾਂ 'ਚ ਟ੍ਰਾਂਸਫਰ ਹੁੰਦਾ ਹੈ। ਜੋ ਸੇਮ ਇਹਨਾਂ ਨਾਲ ਹੋਇਆ ਮੈਡਮ ਨਾਲ, ਉਹੀ ਕਹਾਣੀ ਹੈ। ਬੈਕ ਸਟਰੋਂਗ ਨਹੀਂ ਹੈ, ਤੁਸੀਂ ਪਹਿਲੇ ਟ੍ਰੇਨ ਕੀਤਾ ਨਹੀਂ ਬੈਕ ਮਸਲ। ਜਿਮ ਜਾਓ, ਪਹਿਲੇ ਕੋਰ ਬੈਕ ਕਰੋ, ਇਹਨੂੰ ਸਟਰੋਂਗ ਬਣਾਓ, ਫਿਰ ਚੱਕੋਗੇ। ਲੈਗਸ ਤੁਹਾਡੀ ਸਟਰੋਂਗ ਚਾਹੀਦੀਆਂ, ਕੋਰ ਬੈਕ ਸਟਰੋਂਗ ਚਾਹੀਦਾ। ਇਹ ਬਹੁਤ ਸਟੋਰੀਜ਼ ਹੈ, ਸਾਡੇ ਚੰਡੀਗੜ੍ਹ 'ਚ ਬਹੁਤ ਪੇਸ਼ੈਂਟ ਹੈ। ਇੱਕ ਚੀਜ਼ ਡਾਕਟਰ ਹੋਣ ਦੇ ਨਾਤੇ ਤੁਸੀਂ ਇਹਨਾਂ ਨੂੰ ਦੱਸੋ ਜ਼ਰੂਰ, ਔਰ ਅੱਗੇ ਤੋਂ ਜਾ ਕੇ ਕਰਨਗੀਆਂ ਕਿ ਜਦੋਂ ਘਰਾਂ 'ਚ ਕੱਪੜੇ ਧੋ ਲੈਂਦੀਆਂ ਨੇ ਬਹੁਤ ਸਾਰੀਆਂ, ਤਾਂ ਉਹ ਕੀ ਕਰਨਗੀਆਂ ਕਿ ਇੱਕੋ ਵਾਰ 'ਚ ਮੈਂ ਕੱਪੜੇ ਲੈ ਜਾ ਚੱਕ ਕੇ ਛੱਤ ਤੇ। ਜੋ ਲੇਡੀਜ਼ ਘਰਾਂ 'ਚ ਕੰਮ ਕਰਦੀਆਂ ਨੇ ਉਹਨਾਂ ਨੂੰ ਮੇਨ 2-4 ਗੱਲਾਂ ਦਾ ਕੀ ਧਿਆਨ ਰੱਖਣਾ ਚਾਹੀਦਾ weight ਦੇ ਮਾਮਲੇ 'ਚ? ਦੇਖੋ weight ਚੱਕਣ ਦੀ ਇੱਕ ਪੋਜੀਸ਼ਨ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ weight lifters। ਜਦੋਂ ਅਸੀਂ weight ਚੱਕਣਾ ਹੈ ਤਾਂ ਨੀਜ਼ ਬੈਂਡ ਕਰਨੀ ਹੈ, ਇਦਾਂ ਚੱਕਣਾ ਹੈ। ਇੱਕ ਹੁੰਦਾ ਗੋਲਫਰਸ ਪੋਜੀਸ਼ਨ, ਜੇ ਤੁਸੀਂ ਸਾਈਡ ਤੋਂ ਚੱਕਣਾ ਹੈ ਤਾਂ ਇਦਾਂ ਚੱਕਣਾ ਹੈ। ਅੱਛਾ, ਤੁਸੀਂ ਚੱਕਦੇ ਹੋ ਇਦਾਂ, ਦਿਸ ਇਜ਼ ਅ ਰੋਂਗ ਪੋਜੀਸ਼ਨ। ਤੁਸੀਂ ਜਦੋਂ ਵੀ ਨੀਜ਼ ਮੋੜ ਕੇ ਕੋਈ ਵੀ ਭਾਰ ਚੱਕੋ, ਨਹੀਂ ਤੁਸੀਂ ਬੋਲੋਗੇ ਤੇ ਇਹ ਇੱਕ ਐਕਸਲ ਉਹ ਬੰਦਾ ਹੈ, ਬੈਲੈਂਸ ਬੰਦਾ ਹੈ। ਤੁਸੀਂ ਚੱਕੋਗੇ ਇਦਾਂ ਕਰਨਾ ਹੈ, ਪਿੱਠ ਇਸ ਇਹਦਾ ਯੂਜ਼ ਘੱਟ ਕਰਨਾ ਹੈ ਚੁੱਕਣ ਵੇਲੇ। ਤੁਸੀਂ ਸਾਰਾ ਕੁਝ ਹੀ ਇੱਥੇ ਆ ਗਿਆ, ਇੱਧਰ ਨਹੀਂ, ਮਤਲਬ ਇਸ ਮਸਲ ਦੇ ਘੱਟ ਯੂਜ਼ ਕਰੋਗੇ। ਹਾਂ ਜੇ ਸਟਰੋਂਗ ਹੈ ਦੈਨ, ਬਟ ਆਲਵੇਜ਼ ਜਿਹੜੇ ਤੁਸੀਂ ਵੱਡੇ ਵੱਡੇ weight ਲਿਫਟ ਕਰਦੇ ਉਹਨਾਂ ਨੀਜ਼ ਬੈਂਡ ਹੈ, ਇਦਾਂ ਚੱਕਦੇ। ਹਾਂਜੀ, ਤੁਸੀਂ ਕੋਈ ਸਮੱਸਿਆ ਦੱਸ ਰਹੇ ਸੀ ਆਪਣੀ? सर जी मैं ना गिर गई थी 1.5 साल पहले ना। तो अभी से ना मुझे प्रॉब्लम हो रखी है इधर, ना रात को इस पासे में सो भी नहीं कि सकती। फिसल गए सी या पौड़ियाँ वगैरह तो डिग गए? वो ना मेरी ननद पोछा लगा रही थी, मैं एकदम से जा रही थी, मेरे पैर स्लिप हो गया ना, मैं एकदम पीछे को ऐसे गिरी थी। कितना टाइम हो गया? 1.5 साल हो गया। कि उस तो बाद ठीक नहीं होया? बस प्रॉब्लम बढ़ती हो जा रही है। लगातार दर्द हो रही है? हाँ जी, पूरा दिन में भी, रात को भी जैसे सांस लेती हूँ ना, नहीं यहाँ पे दर्द हो रही है अब तो। ਇਹਦਾ ਮਤਲਬ ਤੁਹਾਡੀ ਪਸਲੀਆਂ ਦੇ ਪਿਛਲੇ ਪਾਸੇ ਵੀ ਕੁਝ ਨਾ ਹੋਸ਼ ਹੋਊਗਾ, ਫਿਰ ਫ੍ਰੈਕਚਰ। ਹਾਂ ਫਿਰ ਤੁਸੀਂ ਇੱਕ ਵਾਰ ਐਮਆਰਆਈ ਲੈ ਕੇ ਆਓ। कोई एमआरआई वगैरह कराई है? पहले कराई थी 3 साल पहले। ਤਾਂ ਦੁਬਾਰਾ ਕਦੋਂ ਗਿਰੇ ਹੋ ਤੁਸੀਂ? वो तो अब गिरी थी 1.5 साल। ਤਾਂ ਫਿਰ ਹੁਣ ਨਹੀਂ ਕਰਾਣੀ? और लिखा हुआ है, एक्सरे लिखा हुआ है। ਫਿਰ ਤੁਸੀਂ ਕਦੋਂ ਕਰਾਣਾ ਹੋ? 16 वालों ने मना करते, कह रहे कोई लोड नहीं है तो हुन। ਤੁਸੀਂ ਸਾਡੇ ਕੋਲ ਆ ਜਾਓ 16 ਤੋਂ 1.5 ਸਾਲ ਪਹਿਲਾਂ ਗਿਰੇ ਸੀ? हाँ जी। ਕਿੰਨੇ ਸੂਟ ਲੈ ਲਏ? सूट तो लेने 5-6 ਤਾਂ ਲੈ ਲਏ ਹੋਣਗੇ ਘੱਟੋ ਘੱਟ। ਮੈਂ ਮੰਨ ਲੈਣਾ 6 ਸੂਟ 2-2 ਹਜ਼ਾਰ ਦੇ, ਸਸਤੇ ਤੋਂ ਸਸਤਾ 12-14 ਹਜ਼ਾਰ ਦਾ ਖਰਚ ਤੇ। ਐਮਆਰਆਈ ਤੇ ਨਹੀਂ ਖਰਚਣਾ ਜੀ ਇਹਨਾਂ ਨੇ। ਦੇਖੋ ਅਸੀਂ ਕਹਿੰਦੇ ਵੀ ਨਹੀਂ ਐਮਆਰਆਈ, ਬਟ ਐਕਸਰੇ ਕਰਾ ਲਓ, ਹੈਨਾ। ਐਕਸਰੇ ਤਾਂ ਇੱਕ ਸੂਟ 'ਚ ਹੋ ਜਾਊਗਾ ना। बहुत करा ले एक्सरे तो, पर उस समय प्रॉब्लम नहीं थी ना पहले, तो हुन आ रही है ना। ਕਹਿ ਰਹਾ ਹਾਂ ਜਦੋਂ ਪ੍ਰੋਬਲਮ ਆਈ ਇੱਕ ਸ਼ਾਟ ਲੈ ਲਓ, ਦਵਾਈਆਂ ਤਾਂ ਖਾਂਦੇ ਰਹੋਗੇ। ਇੱਥੇ ਵੀ ਕੈਮਿਸਟ ਹੋਣਗੇ, ਸਭ ਪਤਾ ਹੈ। ਸਾਡੀਆਂ ਪਰਚੀਆਂ ਇੱਕ ਡਾਕਟਰ ਦੀ ਹਰ ਕਿਤੇ ਘੁੰਮਦੀ ਹੈ, ਫਿਰ ਉਹ ਦੇਖ ਲੈਂਦੇ ਕੀ ਖਾ ਰਿਹਾ, ਫਿਰ ਉਹੀ ਉਹ ਸਿੱਖ ਲੈਂਦੇ। ਇਹ ਤਾਂ ਹਰ ਕਿਤੇ ਮਿਲ ਜਾਣੀ ਹੈ। ਡਾਕਟਰ ਦਾ ਇਸਤੇਮਾਲ ਕਰੋ, ਉਹਨੂੰ ਪੁੱਛੋ ਕੀ ਹੈ, ਕਿਉਂ ਵੱਧ ਰਿਹਾ। ਹਰ ਚੀਜ਼ ਦਾ ਕੋਈ ਰੀਜ਼ਨ ਹੈ, ਅਨਰੀਜ਼ਨੇਬਲ ਕੋਈ ਚੀਜ਼ ਨਹੀਂ ਹੁੰਦੀ। ਜੇ ਕੋਈ ਬਿਮਾਰੀ ਵੱਧ ਰਹੀ, ਆਫ ਕੋਰਸ ਕੁਝ ਨਾ ਕੁਝ ਹੋਏਗਾ। आप आओ एक दिन, कोई नहीं, हम वैसे फ्री देख लेंगे। आओ तो सही, एक बार आओ और हमसे मिलो। ਕਿੰਨੇ ਦਿਨ ਮਿਲਦੇ ਹੋ ਹੀਲਿੰਗ ਹਸਪਤਾਲ ਤੇ? देखो मैं ठीक है, मैं न्यूरो सर्जन है, मेरा तो 24 घंटे काम है। ਹਾਂ, ਮਤਲਬ ਕਿ ਕਦੇ ਸੌਣ ਦਾ ਹੀ ਸਿਰ- ਟਾਈਮ ਹਾਂ ਕਦੇ ਸਿਰ ਦੀ ਸੱਟ ਆ ਜਾਂਦੀ ਹੈ, ਕਦੇ ਕੁਛ ਆ ਜਾਂਦੀ, ਰਾਤ ਨੂੰ ਖੋਲਣਾ ਪੈਂਦਾ, ਸਵੇਰੇ ਖੋਲਣਾ। ਮੇਰਾ ਕੋਈ ਟਾਈਮ ਨਹੀਂ ਹੈ, ਬਟ ਇਹ ਹੈ ਕਿ ਵੀਕ ਪੂਰਾ ਹੀ ਆਪਾਂ 10 ਤੋਂ 4 ਬਹਿੰਦੇ ਆ। ਰੀਲ ਦੀ ਹੱਡੀ ਦੀ ਪ੍ਰੋਬਲਮ ਹੈ ਮੈਨੂੰ। ਅੱਛਾ, ਮੇਰੇ ਮੋਢੇ ਬਹੁਤ ਦੁਖਦੇ ਆ। ਇਹ ਚੀਜ਼ ਮੇਰੇ ਸਿਰ में ਬਹੁਤ ਦਰਦ ਰਹਿੰਦਾ। ਗੋਲੀ ਖਾ ਲਓ ਠੀਕ ਹੈ, ਨਹੀਂ ਨਾ। ਡਾਕਟਰ ਸਾਹਿਬ, ਇਹ ਜਿਹੜਾ ਮੋਢਿਆਂ ਵਾਲੀ ਗੱਲ ਲਗਭਗ ਹਰ ਬੰਦਾ ਮੋਢਿਆਂ ਵਾਲੀ ਗੱਲ ਕਰ ਰਿਹਾ। ਅਸੀਂ ਪਹਿਲੇ ਗੱਲ ਡਿਸਕਸ ਕੀਤੀ, ਕਿਤੇ ਪੇਨ ਪ੍ਰੋਡਿਊਸਿੰਗ ਸਟਰਕਚਰ ਹੈ ਤਾਂ ਮਸਲ ਸਪਾਜ਼ਮ ਚਲੇ ਜਾਂਦੇ। ਅੱਛਾ, है ना, जैसे कितने भी कोई पेन प्रोड्यूसिंग स्ट्रक्चर, लेट्स से डिस्क है, जॉइंट इन्फ्लेमेशन या कुछ भी है, ये सारा स्पाजम चला जाएगा। और ये सारा ट्रपीजस मसल ਜਿਹੜਾ ਇੱਥੇ ਤੱਕ ਜੁੜਦਾ ਹੈ, ਇਹਨੂੰ ਫੈਨ ਸ਼ੇਪ ਮਸਲ ਕਹਿੰਦੇ। ਤੇ ਇਹ ਸਾਰਾ ਦੁਖੇਗਾ।
ਹਨਾ ਇਹ ਉਹਨਾਂ ਨੂੰ ਪਿੱਛੇ ਵੀ ਦਰਦ ਹੈ ਸਾਰਾ ਕੁਝ ਹਾਂ ਅੱਛੀ ਗੱਲ ਜੀ ਕੀ ਸਮੱਸਿਆ ਹੈ ਤੁਹਾਨੂੰ ਜੀ? ਨਹੀਂ ਮੈਨੂੰ ਤਾਂ ਨਹੀਂ ਹੈ, ਮੇਰੀ ਵਾਈਫ ਨੂੰ ਹੈ। ਹਾਂਜੀ ਹਾਂਜੀ ਦੱਸੋ। ਉਸ ਨੂੰ ਨਾ ਆਪਣਾ ਜਦੋਂ ਪੈਂਦੇ ਆ ਇਹ ਇੱਕ ਸਾਈਡ ਤੇ ਨਾ ਸੱਜੇ ਪਾਸੇ ਉਹ ਫਸਦਾ ਹੈ ਕੁਛ ਜਦੋਂ ਉੱਠਦੇ ਆ ਸਵੇਰੇ ਆਕੜਦੇ ਆ ਉਹ ਕੁਝ ਟਾਈਮ ਲੱਗਦਾ ਬੈਠਣ ਨੂੰ ਖੜਨ ਨੂੰ ਹਾਂ ਥੋੜਾ ਜਿਹਾ ਟਾਈਮ ਲੱਗਦਾ ਉਹਦੇ ਬਾਅਦ ਚੱਲ ਪਓ ਫਿਰ ਠੀਕ ਹੋ ਜਾਂਦਾ ਇਹ ਮੋਟਾ ਇਹ ਆਰਥਰਾਈਟਿਸ ਦੇ ਚੀਜ਼ਾਂ ਨੇ ਅੱਛਾ ਹਾਂ ਜਿਹਦਾ ਆ ਰਹੇ ਹੈ ਕੁਝ ਹੋਰ ਉਹਦੇ ਮਾਰਨਿੰਗ अर्ਲੀ ਮਾਰਨਿੰਗ ਸਟਿਫਨੈਸ ਦੇਖਿਆ ਜਾਂਦਾ ਹੈ ਅੱਛਾ ਤੇ ਉਹਦੇ ਵਿੱਚ ਬੇਸਿਕਲੀ ਆਪਾਂ ਮਸਲ ਰਿਲੈਕਸੈਂਟ ਐਂਡ ਕੁਝ ਬਲੱਡ ਟੈਸਟ ਕਰਾਣੇ ਇਹਨੂੰ ਡਾਇਗਨੋਸ ਕਰਨ ਵਾਸਤੇ ਆਫ ਕੋਰਸ ਕੋਈ ਪੈਥੋਲੋਜੀਕਲ ਨਾ ਹੋ ਉਹਨੂੰ ਰੂਲ ਆਊਟ ਕਰਨ ਵਾਸਤੇ ਆਪਾਂ ਐਕਸ-ਰੇ ਵੀ ਕਰਾਂਗੇ ਦੋਨੋਂ ਚੀਜ਼ਾਂ ਲੈ ਕੇ ਚੱਲਾਂਗੇ अर्ਲੀ ਮਾਰਨਿੰਗ ਸਟਿਫਨੈਸ ਇੱਕ ਜੁਆਇੰਟ ਡਿਜ਼ੀਜ਼ ਕਰਕੇ ਆਉਂਦਾ ਤੇ ਉਹ ਇੱਕ ਆਰਥਰਾਈਟਿਸ ਵੱਲ ਜਾਂਦਾ ਹਾਂ ਕਈ ਵਾਰੀ ਹਫਤਾ ਲੱਗ ਜਾਂਦਾ ਕੁਝ ਨਹੀਂ ਹੁੰਦਾ ਠੀਕ ਹੈ ਕਦੀ ਇਹ ਕਈ ਜਦੋਂ ਲੈਟਸ ਸੇ ਸਰਦੀਆਂ ਆ ਗਈਆਂ ਉਹ ਜ਼ਿਆਦਾ ਪ੍ਰੋਨ ਹੁੰਦੇ ਆ ਉਹ ਜ਼ਿਆਦਾ ਆਉਂਦਾ ਲੈਟਸ ਸੇ ਤੁਸੀਂ ਏਸੀ ਥੱਲੇ 4 ਘੰਟੇ ਬਹਿ ਗਏ ਉਹਦੇ 'ਚ ਹੋਰ ਵੱਧ ਜਾਂਦਾ ਮਤਲਬ ਸਰਦੀਆਂ ਔਰ ਇਹੋ ਜਿਹੀ ਚੀਜ਼ਾਂ ਜ਼ਿਆਦਾ ਪ੍ਰੋਨ ਹੁੰਦੇ ਆ ਜਦੋਂ ਤੁਸੀਂ ਵਾਰਮ ਅਪ ਜਿੱਦਾਂ ਤੁਸੀਂ ਆਪ ਬੋਲਿਆ ਚੱਲਣ ਫਿਰਨ ਲੱਗ ਪਏ ਤਾਂ ਸਰੀਰ ਵਾਰਮ ਹੋ ਜਾਂਦਾ ਹਾਂ ਫਿਰ ਠੀਕ ਹੋ ਜਾਂਦਾ ਤਾਂ ਹੀ ਗਰਮੀਆਂ 'ਚ ਥੋੜਾ ਘੱਟ ਰਹਿੰਦਾ ਸਰਦੀਆਂ 'ਚ ਆਈ ਥਿੰਕ ਜ਼ਿਆਦਾ ਹੁੰਦਾ ਹੋਊ ਸਰਦੀਆਂ 'ਚ ਜ਼ਿਆਦਾ ਹੁੰਦਾ ਜੀ ਕਿ ਅੱਜ ਕੱਲ੍ਹ ਲੋਕ ਨਾ ਮੋਬਾਈਲ ਬਹੁਤ ਯੂਜ਼ ਕਰਦੇ ਆ ਹੁਣ ਮੋਬਾਈਲ ਯੂਜ਼ ਕਰਨ ਦਾ ਸਾਡੀ ਸਪਾਈਨ ਤੇ ਕੀ ਅਸਰ ਪੈਂਦਾ ਔਰ ਕਿੰਨੀ ਦੇਰ ਤੱਕ ਦਾ? ਦੇਖੋ ਮਲਟੀਪਲ ਤੁਹਾਡਾ ਜਿਹੜਾ ਪੋਸਚਰ ਆ ਜਾਂਦਾ ਨਾ ਨੈਕ ਬੈਂਡਿੰਗ ਦਾ ਉਹਦੇ ਕਰਕੇ ਆਫ ਕੋਰਸ ਜਿਹੜੇ ਗਰਦਨ ਦੇ ਮਣਕੇ ਆ ਉਹ ਵੀਰ ਟੀਅਰ ਲੰਬੇ ਟਾਈਮ ਤੇ ਲੈਂਦੇ ਆ ਫਿਰ ਉਹ ਤੇ ਗਰਦਨ ਦੇ ਵਿੱਚ ਨੈਕ ਪੇਨ ਹੱਥਾਂ 'ਚ ਦਰਦ ਆਣਾ ਪੂਰਾ ਹੱਥ ਸੁੰਨ ਹੋਣਾ ਇਹ ਸਾਰੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਉਹ ਫਿਰ ਸਪਾਈਨ ਨਾਲ ਵੀ ਸਪਾਈਨ ਨਾਲ ਕੋਈ ਤੁਸੀਂ ਨੈਕ ਨੂੰ ਕਾਫੀ ਦੇਰ ਤੱਕ ਅੰਗੇਜ ਰੱਖਦੇ ਹੋ ਵਿਦਆਊਟ ਐਨੀ ਕੋਈ ਲੋਡ ਨਹੀਂ ਸੀਗੀ ਹਨਾ ਤੁਸੀਂ ਫੋਨ ਤੇ ਲਗਾਤਾਰ ਲੱਗੇ ਹੋ ਘੰਟਾ ਇੱਦਾਂ ਰਹਿ ਗਿਆ ਬਾਅਦ ਚ ਇੱਕਦਮ ਥੋੜਾ ਧਿਆਨ ਹਟਿਆ ਉੱਠੇ ਪਤਾ ਲੱਗਿਆ ਤੇ ਦਰਦ ਸ਼ੁਰੂ ਹੋ ਗਿਆ ਡਾਕਟਰ ਸਾਹਿਬ ਤੁਸੀਂ ਜਦੋਂ ਇਹ ਸਾਰਾ ਕੁਝ ਇਹਨੇ ਸਾਰੇ ਮਰੀਜ਼ਾਂ ਨੂੰ ਦੇਖ ਰਹੇ ਹੋ ਇੱਕ ਸਵਾਲ ਇਹ ਵੀ ਹੈ ਕਿ ਤੁਹਾਡੇ ਕੋਲ ਮਰੀਜ਼ ਇਕੱਲੇ ਪੰਜਾਬ ਤੋਂ ਨਹੀਂ ਆ ਰਹੇ ਚੰਡੀਗੜ੍ਹ ਤੋਂ ਮੋਹਾਲੀ ਤੋਂ ਨਹੀਂ ਆ ਰਹੇ ਜੰਮੂ ਕਸ਼ਮੀਰ ਤੱਕ ਦੇ ਲੋਕ ਯੂਪੀ ਤੱਕ ਦੇ ਲੋਕ ਆ ਰਹੇ ਹੈ ਐਕਸਪਰਟੀਜ਼ ਕਿਸ ਤਰ੍ਹਾਂ ਦੀ ਤੁਹਾਡੇ ਕੋਲ ਹੈ ਕਿਸ ਤਰ੍ਹਾਂ ਦੇ ਟੈਕਨੋਲੋਜੀਜ਼ ਤੁਸੀਂ ਯੂਜ਼ ਕਰ ਰਹੇ ਹੋ? ਦੇਖੋ ਆਫ ਕੋਰਸ ਜਦੋਂ ਤੁਸੀਂ ਦੱਸਿਆ ਕਿ ਜੰਮੂ 'ਚ ਮੇਰਾ ਕਾਫੀ ਪੇਸ਼ੈਂਟ ਹੈ ਹੁਣ ਕੱਲ ਮੈਂ ਤੁਹਾਨੂੰ ਦੱਸਿਆ ਪਠਾਨਕੋਟ ਜਾ ਰਿਹਾ ਤਾਂ ਆਫ ਕੋਰਸ ਜਿਹੜਾ ਹੁਣ ਰੀਸੈਂਟਲੀ ਸ਼੍ਰੀਨਗਰ 'ਚ ਹੋਇਆ ਤਾਂ ਮੇਰੇ ਕੈਂਪ ਐਵਰੀ ਮੰਥ ਮੈਂ ਸ਼੍ਰੀਨਗਰ ਜਾਣਾ ਹੀਲਿੰਗ ਹਸਪੀਟਲ 'ਚ ਵੀ ਯੂਜ਼ ਦਾ ਬੈਸਟ ਟੈਕਨੀਕ ਹੈ ਨਾ ਬੈਸਟ ਟੈਕਨੀਕ ਇਨ ਪੇਸ਼ੈਂਟ ਓਰੀਐਂਟਡ ਟੈਕਨੀਕ ਉਹਦੇ ਵਾਸਤੇ ਕੀ ਬੈਸਟ ਹੈ ਕਈਆਂ 'ਚ MIS ਜ਼ਿਆਦਾ ਅੱਛਾ ਹੁੰਦਾ ਲੈਟਸ ਸੇ ਮਲਟੀਪਲ ਮਣਕੇ ਨੇ ਤੁਸੀਂ ਛੋਟੇ ਇਨਸੀਜ਼ਨ ਦੇਖਣਾ ਹੈ ਆਈ ਗੋ ਸਟੇਟ ਅਵੇ ਗੋ ਫॉर द ਮਾਈਕਰੋਸਕੋਪ ਕਿ ਹਾਂ ਉਹ ਜ਼ਿਆਦਾ ਅੱਛਾ ਹੈ ਕਈਆਂ ਦਾ ਸਿੰਗਲ ਲੈਵਲ ਹੈ ਸਿੰਪਲ ਐਂਡੋਸਕੋਪ ਜਾਂ ਬਿਲਕੁਲ ਛੋਟੇ ਚੀਰੇ ਨਾਲ ਆਪਾਂ ਉਹਨੂੰ ਹੈਂਡਲ ਕਰ ਲੈਂਦੇ ਹਾਂ ਪੇਸ਼ੈਂਟ ਓਰੀਐਂਟਡ ਉਹਨੂੰ ਪੇਸ਼ੈਂਟ ਨੂੰ ਕਿਵੇਂ ਫਾਇਦਾ ਹੋਊਗਾ ਸਾਡਾ ਲੇਟੈਸਟ ਟੈਕਨੀਕ ਤੁਸੀਂ ਜਿਹੜਾ ਇੱਕ ਐਜੂਕੇਟਿਡ ਬੰਦਾ ਤੁਹਾਡੇ ਕੋਲ ਆ ਰਿਹਾ ਉਹ ਇਦਾਂ ਸਮਝਦਾ ਕਿ ਹਾਂ ਮੈਨੂੰ ਰਿਜ਼ਲਟ ਚਾਹੀਦਾ ਲੈਟਸ ਸੇ ਮੈਂ ਕੋਈ ਸਮਾਨ ਲੈਣ ਜਾ ਰਿਹਾ ਬਿਲਕੁਲ ਪੂਰਾ ਉਹਦਾ ਰਿਵਿਊ ਕਰੇਗਾ ਪੂਰਾ ਦੇਖਦਾ ਤੇ ਸਾਨੂੰ ਇੱਕ ਬਿਮਾਰੀ ਤੋਂ ਕੱਢ ਕੇ ਦੂਜੀ ਬਿਮਾਰੀ 'ਚ ਪਾਉਣ ਦਾ ਅੱਜ ਕੱਲ ਨਹੀਂ ਹੈ ਉਹ तो सानू बिल्कुल छोटा चीरा पेशेंट को कुछ भी ना फील होवे और अगले दिन बोले हाँ दर्द बिल्कुल खत्म है कल भी मैं पेशेंट मतलब 2 कीते एक कहने सर बिल्कुल ठीक है वो अगले दिन जो राउंड करन जांदे हो जो ਉਹਦੀ ਲੱਤ ਦਾ ਦਰਦ ਉਹਦੀ ਲੱਤ ਦਾ ਸੁੰਨਪਨ ਠੀਕ ਹੁੰਦਾ ਉਹ ਫਿਰ ਕਹਿੰਦਾ ਸਰ 2 ਪੇਸ਼ੈਂਟ ਹੋਰ ਭੇਜਾਂਗਾ ਪਰ ਅੱਛਾ ਲੱਗਦਾ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਕਈ ਲੋਕ ਤੁਹਾਡੇ ਕੋਲ ਜਾਂਦੇ ਨੇ ਤੁਸੀਂ ਹੀ ਅੱਗੇ ਉਹਨਾਂ ਨੂੰ ਦਿੰਦੇ ਹੋ ਆਪਣਾ ਸਾਰਾ ਰਾਏ ਕਿ ਡਾਕਟਰ ਸਾਹਿਬ ਕੋਲ ਜਾਣਾ ਚਾਹੀਦਾ ਹੈ ਜੋ ਕੰਸਲਟੈਂਸੀ ਤੁਸੀਂ ਦਿੰਦੇ ਹੋ ਉਹ ਇੱਕ ਆਮ ਬੰਦੇ ਲਈ ਕਿੰਨੀ ਇੰਪੋਰਟੈਂਟ ਹੈ ਕਿਉਂਕਿ ਸਿੱਧਾ ਡਾਕਟਰ ਕੋਲ ਜਾਣਾ ਡਾਕਟਰ ਕੋਲ ਤਾਂ ਬਹੁਤ ਸਾਰੇ ਮਰੀਜ਼ ਲਾਈਨ 'ਚ ਲੱਗੇ ਹੋਣਗੇ ਤੁਹਾਡੇ ਕੋਲ ਕਿੰਨੇ ਕਾਉਂਸਲਰ ਨੇ ਜੋ ਲੋਕਾਂ ਨੂੰ ਕਾਉਂਸਲ ਕਰਕੇ ਅੱਗੇ ਭੇਜਦੇ ਆ ਕਿੰਨਾ ਫੁੱਟਫਾਲ ਹੈ ਖਾਸ ਕਰਕੇ ਸਪਾਈਨ ਦੇ ਰਿਲੇਟਡ ਸਪਾਈਨ ਦੇ ਰਿਲੇਟਡ ਬੇਸਿਕਲੀ ਤਾਂ ਅਗਰ ਆਪਾਂ ਫੁੱਟਫਾਲ ਦੀ ਗੱਲ ਕਰੀਏ ਤਾਂ ਫੁੱਟਫਾਲ ਤਾਂ ਹੈ ਪੇਸ਼ੈਂਟਸ ਦਾ ਬਟ ਜਦੋਂ ਦਿੱਕਤ ਪਤਾ ਲੱਗਦੀ ਹੈ ਪੇਸ਼ੈਂਟ ਨੂੰ ਕਿ ਅਗਰ ਤਾਂ ਚਲੋ ਦਵਾਈ ਨਾਲ ਠੀਕ ਹੋਣ ਵਾਲੀ ਹੈ ਤਾਂ ਪੇਸ਼ੈਂਟ ਦਵਾਈ ਲੈ ਕੇ ਤਾਂ ਖੁਸ਼ ਆ ਜਾਂ ਉਸ ਤੋਂ ਬਾਅਦ ਫਿਜ਼ੀਓਥੈਰੇਪੀ ਚਲੋ ਉਹ ਵੀ ਠੀਕ ਹੈ ਬਟ ਅਗਰ ਕੋਈ ਕੇਸ ਐਜਾ ਹੈ ਜੋ ਦੋਨੋਂ ਚੀਜ਼ਾਂ ਨਾਲ ਹੀ ਆਪਾਂ ਨਹੀਂ ਠੀਕ ਕਰ ਸਕਦੇ ਫਿਰ ਉਸ ਤੋਂ ਬਾਅਦ ਲਾਸਟ ਰਿਜ਼ੋਰਟ ਆਪਣੇ ਕੋਲ ਇੱਕ ਸਰਜਰੀ ਬਚਦਾ ਹੈ ਮੈਡਮ ਤੁਸੀਂ ਵੀ ਆ ਜਾਓ ਕਿਉਂਕਿ ਇਹ ਬੜੀ ਜ਼ਰੂਰੀ ਗੱਲ ਕਹੀਏ ਰਾਜਵੀਰ ਕਲਸੀ ਤੁਹਾਡਾ ਨਾਮ ਹੈ ਇੱਕ ਚੀਜ਼ ਦੱਸੋ ਕਿ ਕੋਈ ਕੈਨੇਡਾ ਤੋਂ ਪਿੰਡ ਆਇਆ ਆਪਣੇ ਜਾਂ ਇਸ ਇਲਾਕੇ 'ਚ ਆਇਆ ਉਸ ਨੇ ਆਪਣਾ ਇਲਾਜ ਕਰਾਉਣਾ ਹੈ ਪਰ ਕੈਨੇਡਾ ਤੋਂ ਹਜੇ ਤੁਰਿਆ ਨਹੀਂ ਹੈ ਉਸ ਨੇ ਦੇਖਿਆ ਕਿ ਮੇਰੇ ਕੋਲ 25 ਦਿਨ ਹੈਗੇ 25 ਦਿਨ ਦੇ ਵੀਜ਼ੇ ਤੇ ਮੈਂ ਆ ਰਿਹਾ ਤੇ ਇਸ ਦੇ ਵਿੱਚ ਮੈਂ ਇਲਾਜ ਵੀ ਕਰਾਉਣਾ ਹੀਲਿੰਗ ਵਾਲਿਆਂ ਕੋਲ ਵੀ ਜਾਣਾ ਹੈ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ NRI ਬੰਦਾ NRIਆਂ ਵਾਸਤੇ ਕੋਈ ਤੁਸੀਂ ਫੋਨ ਲਾਈਨ ਕੋਈ ਕੰਸਲਟੈਂਸੀ ਆਨਲਾਈਨ ਕੰਸਲਟੈਂਸੀ ਖੋਲੀ ਹੋਈ ਹੈ ਕੁਝ ਹੈ ਇਸ ਤਰ੍ਹਾਂ ਦਾ ਸਰ ਆਨਲਾਈਨ ਮਤਲਬ ਸਾਰੇ ਪੇਸ਼ੈਂਟਸ ਚਾਹੇ ਉਹ ਇਨ ਇੰਡੀਆ ਜਾਂ ਫਿਰ ਆਊਟ ਆਫ ਇੰਡੀਆ ਹੈਗੇ ਨੇ ਇੰਟਰਨੈਸ਼ਨਲ ਜੋ ਵੀ ਹੈ ਕਾਲ ਕੰਸਲਟਸ ਦੇ ਥਰੂ ਅਸੀਂ ਸਾਰੇ ਪੇਸ਼ੈਂਟਸ ਨੂੰ ਜਿਹੜੀ ਹੈਗੀ ਸਾਰੀ ਜਾਣਕਾਰੀ ਦਿੰਨੇ ਆ ਈਵਨ ਉਹਨਾਂ ਨੂੰ ਕਾਲ ਕੰਸਲਟ ਦੇ ਥਰੂ ਹੀ ਅਸੀਂ ਐਕਸਪੈਂਸ ਈਵਨ ਵੀ ਸਾਰਾ ਅਸੀਂ ਜਿਹੜਾ ਹੈਗਾ ਉਹ ਅਸੀਂ ਉਹਨਾਂ ਨੂੰ ਫੋਨ ਦੇ ਉੱਤੇ ਹੀ ਸਾਰੀਆਂ ਚੀਜ਼ਾਂ ਉਹਨਾਂ ਦੀ ਸਭ ਨਾਲ ਗੱਲ ਕਰਨਾ ਚਾਹੁੰਦਾ ਆਨਲਾਈਨ ਬਿਲਕੁਲ ਅਸੀਂ ਫ੍ਰੀ ਕੰਸਲਟ ਕਰਵਾਉਂਦੇ ਆ ਸਰ ਮਤਲਬ ਕੋਈ ਵੀ ਪੇਸ਼ੈਂਟ ਹੈ ਜਿੰਨੂੰ ਵੀ ਪ੍ਰੋਬਲਮ ਹੈਗੀ ਹੈ ਉਹ ਸਾਡੇ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਸਾਡੇ ਆਨਲਾਈਨ ਨੰਬਰ ਦਿੱਤੇ ਹੋਏ ਨੇ ਸਾਡੀ
ਸਾਡੀਆਂ ਬਹੁਤ ਸਾਰੀਆਂ ਐਡਸ ਚੱਲ ਰਹੀਆਂ ਨੇ ਇੰਸਟਾ ਤੇ ਫੇਸਬੁੱਕ ਤੇ ਹਰ ਜਗ੍ਹਾ ਤੇ ਸਾਡੀਆਂ ਐਡਸ ਅਵੇਲੇਬਲ ਨੇ। ਤੁਸੀਂ ਸਾਡਾ ਨੰਬਰ ਲੈ ਕੇ ਪੇਸ਼ੈਂਟ ਸਾਡੇ ਨਾਲ ਕੰਟੈਕਟ ਕਰਦੇ ਨੇ, ਅਸੀਂ ਉਹਨਾਂ ਤੋਂ ਰਿਪੋਰਟਸ ਮੰਗਵਾਉਂਦੇ ਆ, ਦੈਨ ਡਾਕਟਰ ਨਾਲ ਅਸੀਂ ਫ੍ਰੀ ਕੰਸਲਟ ਕਰਵਾਉਂਦੇ। ਕੋਈ ਵੀ ਪੇਸ਼ੈਂਟ ਹੈਗੇ ਉਹ ਸੰਡੇ ਨੂੰ ਅਸੀਂ ਇੱਕ ਕੈਂਪ ਰੱਖਦੇ ਆ, ਜਿਸ ਦਿਨ ਕੋਈ ਵੀ ਆ ਸਕਦਾ ਹੈ। ਕੋਈ ਵੀ ਪੇਸ਼ੈਂਟ ਆਏਗਾ, ਫ੍ਰੀ ਕੰਸਲਟ ਹੋਏਗੀ ਉਹਨਾਂ ਦੀ, ਕੁਝ ਡਿਸਕਾਊਂਟ ਰੇਟਸ ਵੀ ਹੁੰਦੇ ਨੇ, ਤਾਂ ਉਸ ਦਿਨ ਆ ਕੇ ਉਹ ਡਾਕਟਰ ਨੂੰ ਕੰਸਲਟ ਕਰ ਸਕਦੇ ਆ। ਡਾਕਟਰ ਸਾਹਿਬ, ਮੈਂ ਤੁਹਾਡੀ ਜਿਹੜੀ ਡਿਗਰੀ ਪੜ੍ਹ ਰਿਹਾ ਸੀ MBBS MS, ਇਹ M.CH ਨਿਊਰੋ ਸਰਜਰੀ, ਇਹਦੇ ਬਾਰੇ ਸਮਝਾਓ। ਬੜਾ ਟੈਕਨੀਕਲ ਤੇ ਪਹਿਲੀ ਵਾਰੀ ਮੈਨੂੰ ਲੱਗਦਾ ਮੈਂ ਪੜ੍ਹਿਆ ਹੋਊਗਾ। ਦੇਖੋ, ਇਹਦੇ ਵਿੱਚ ਨੂੰ ਕਹਿੰਦੇ ਮਾਸਟਰ ਆਫ ਕੈਰੇਗਰ ਹੈ। ਇਹ ਬੇਸਿਕਲੀ ਇੱਕ ਸੁਪਰ ਸਪੈਸ਼ਲਾਈਜੇਸ਼ਨ ਹੈ ਜਿਹੜੀ ਆਪਾਂ ਨਿਊਰੋ ਸਰਜਰੀ 'ਚ ਮੈਂ ਕਰਕੇ ਇੰਡੀਆ ਦੇ ਪ੍ਰੈਸਟੀਜੀਅਸ ਮੈਡੀਕਲ ਕਾਲਜ SMS ਜੈਪੁਰ, ਜਿਹਦੇ ਵਿੱਚ ਨਿਊਰੋ ਸਰਜਰੀ ਦਾ ਲਾਰਜੈਸਟ ਸੈਂਟਰ ਹੈ। ਹਾਂ, ਐਂਡ ਇਟਸ ਦ ਓਲਡੈਸਟ ਮੈਡੀਕਲ ਕਾਲਜ, ਐਂਡ ਉੱਥੋਂ ਕਾਫੀ ਲੋਕ ਜਿਹੜੇ ਹੈ ਡਿਗਰੀਆਂ ਕਰਕੇ ਪੂਰੇ ਇੰਡੀਆ 'ਚ ਐਕਸੈਲ ਕਰ ਰਹੇ ਅੱਛੀ ਜਗ੍ਹਾ ਤੇ। ਸੋ ਮੈਂ ਵੀ ਉਹੀ ਲੈਗੇਸੀ ਤੇ ਉਹਨਾਂ ਦੇ ਮਤਲਬ ਜੋ ਪੜ੍ਹ ਕੇ ਸਿੱਖ ਕੇ ਆਇਆ ਤਾਂ ਉਹੀ ਅੱਗੇ ਯੂਜ਼ ਕਰਕੇ ਲੋਕਾਂ ਨੂੰ ਜੋ ਹੈ ਉਹਦਾ ਬੈਨੀਫਿਟ ਜੋ ਦੇ ਰਹੇ ਹਾਂ। ਵਿਦ ਨਾਲ ਹੋਰ ਵੀ ਮੈਂ ਮਲਟੀਪਲ ਜਗ੍ਹਾ ਤੇ ਆਪਣੇ ਮੈਂ ਸਰ ਇਹ ਤੁਹਾਡੀ ਡਿਗਰੀ ਜਦੋਂ ਤੁਸੀਂ ਸਾਡੇ ਕੋਲ ਪਹੁੰਚ ਰਹੇ ਸੀ ਨਾ, ਇਸ ਡਿਗਰੀ ਬਾਰੇ ਗੂਗਲ ਕਰਕੇ ਦੇਖਿਆ ਸੀ ਤੇ ਬੜੀ ਕੰਪਲਿਕੇਟਡ ਸਾਰਾ ਕੁਝ ਹੀ ਮੈਨੂੰ ਸਮਝ ਨਹੀਂ ਆਈ, ਕਿਉਂਕਿ ਮੈਂ ਇਸ ਫੀਲਡ ਦਾ ਬੰਦਾ ਨਹੀਂ ਆ। ਪਰ ਕਹਿੰਦੇ ਕਿ ਇਸ ਤੇ ਤੁਸੀਂ ਕੋਈ ਸਰਟਨ 2-3 ਸਾਲ ਪ੍ਰੋਪਰ ਲਾਏ। 3 ਇਅਰਸ ਸਪੈਸ਼ਲੀ ਨਿਊਰੋ ਸਰਜਰੀ 'ਚ ਆਪਾਂ ਲਾਇਆ, ਦਿਨ ਰਾਤ ਆਪਾਂ ਉੱਥੇ ਸਪਾਈਨ ਤੁਸੀਂ ਕਰਦੇ ਹੋ, ਨਿਊਰੋ ਸਰਜਰੀ ਨੂੰ ਵੀ ਸਭ ਐਵਰੀਥਿੰਗ ਬ੍ਰੇਨ ਸਪਾਈਨ ਐਵਰੀਥਿੰਗ। ਤੁਹਾਡੀ ਟੀਮ ਨਾਲ ਇੱਕ ਹੋਰ ਸਵਾਲ, ਇੱਕ ਜਣਾ ਆ ਜਾਓ ਤੁਸੀਂ, ਬਾਕੀ ਆਪਣਾ ਪੇਸ਼ੈਂਟ ਨਾਲ ਗੱਲ ਕਰ ਲਓ। ਡਾਕਟਰ ਸਾਹਿਬ ਜਿਵੇਂ ਦੱਸ ਰਹੇ ਕਿ ਸਾਰੀ ਟੈਕਨੋਲੋਜੀਜ਼ ਤੁਹਾਡੇ ਕੋਲ ਹੈਗੀਆਂ, ਇੱਕ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਜਿਨ੍ਹਾਂ ਕੋਲ ਹੈਲਥ ਕਾਰਡ ਨੇ, ਹੈਲਥ ਕਾਰਡ ਵਾਲਿਆਂ ਦੇ ਲਈ ਕੀ ਫੈਸਿਲਿਟੀ ਹੈ ਤੁਹਾਡੇ ਕੋਲ? ਅਗਰ ਕੋਈ ਵੀ ਇੰਸ਼ੋਰੈਂਸ ਹੈ ਬੇਸਿਕਲੀ ਜੋ ਸਾਡੇ ਨਾਲ ਇੰਪੈਨਲਡ ਹੈਗਾ, ਮੋਸਟ ਆਫ ਦਾ ਇੰਸ਼ੋਰੈਂਸ ਐਲੀਜੀਬਿਲਟੀ ਉਹਦੀ ਹੈਗੀ ਜੀ ਬਿਲਕੁਲ, ਤਾਂ ਉਹਦੇ 'ਚ ਵੀ ਉਹ ਬਸ ਸਾਰਾ ਜੋ ਖਰਚਾ ਹੁੰਦਾ ਉਹਨਾਂ ਦੇ ਸਰਜਰੀ ਦਾ ਉਹਦੇ 'ਚੋਂ ਕਲੇਮ ਹੋ ਜਾਂਦਾ ਹੈ। ਚਾਹੇ ਉਹ ਗੋਡਿਆਂ ਦੀ ਸਮੱਸਿਆ ਹੋਵੇ ਚਾਹੇ ਸਪਾਈਨ ਦੀ ਸਮੱਸਿਆ ਹੋਵੇ। ਫੁੱਟਵੇਅਰ ਕਿਸ ਤਰ੍ਹਾਂ ਦੇ ਹੋਣੇ? ਮੈਂ ਤੁਹਾਡੇ ਫੁੱਟਵੇਅਰ ਦੇ ਕਾਫੀ ਸੌਫਟ ਨੇ, ਕਾਫੀ ਕੰਫਰਟੇਬਲ ਨੇ। ਲੋਕੀ ਫੁੱਟਵੇਅਰ 'ਚ ਜਿਹੜਾ ਕੰਪਰੋਮਾਈਜ਼ ਕਰਦੇ ਉਹ ਸਪਾਈਨ ਦੇ ਨਾਲ ਰਿਲੇਟਡ ਹੁੰਦਾ? ਦੇਖੋ, ਫੁੱਟਵੇਅਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਜਦੋਂ ਵੀ ਤੁਸੀਂ ਚੱਲਣਾ ਹੈ, ਠੀਕ ਹੈ, ਤੁਹਾਨੂੰ ਜ਼ਿਆਦਾ ਨਾ ਹੀਲ ਜ਼ਿਆਦਾ ਐਕਚੁਅਲੀ ਸਾਡਾ ਜਿਹੜਾ ਫੁੱਟ ਹੈ ਉਹ ਕੋਨਡ ਅਪ ਇਦਾਂ ਹੁੰਦਾ ਹੈ, ਠੀਕ ਹੈ। ਉਹਦੇ ਤੇ ਜਿੰਨਾ ਤੁਸੀਂ ਪ੍ਰੈਸ਼ਰ ਪਾਓਗੇ, ਜਿੰਨਾ ਵੀ ਲੈਟਸ ਸੇ ਆਪਣਾ ਸਪਾਈਨੋਪੈਲਵਿਕ ਐਂਗਲ ਚੇਂਜ ਕਰੋਗੇ, ਉਹਨਾਂ ਲੋਅਰ ਬੈਕ ਤੇ ਸਟ੍ਰੈਸ ਆਉਂਦਾ। ਇਹ ਥੋੜਾ ਫਿਜ਼ਿਕਸ ਦੇ ਹਿਸਾਬ ਨਾਲ ਆਪਾਂ ਚੱਲਣਾ ਪੈਣਾ ਹੈ। ਜਿੰਨਾ ਵੀ ਫੁੱਟ ਦੀ ਹਾਈਟ ਵਧੇਗੀ ਉਹਨਾਂ ਤੁਹਾਡਾ ਸਪਾਈਨ ਦਾ ਐਂਗਲ ਵਧੇਗਾ। ਮਤਲਬ ਹੀਲ ਜਿੰਨੀ ਜ਼ਿਆਦਾ ਵੱਡੀ ਪਾਓਗੇ ਸਪਾਈਨ ਦਾ ਐਂਗਲ ਵਧੇਗਾ, ਫਿਰ ਲੋਡ ਲੈਣ 'ਚ ਦਿੱਕਤ ਆਏਗੀ। ਅੱਛਾ, ਹਾਂ, ਜਿੰਨਾ ਤੁਸੀਂ ਫਲੈਟ ਫੁੱਟ ਹੈ ਸਪਾਈਨ ਦਾ ਐਂਗਲ ਸਿੱਧਾ ਹੋਏਗਾ, weight ਟ੍ਰਾਂਸਫਰ ਸਿੱਧਾ। ਜਿੰਨਾ ਤੁਸੀਂ ਚੱਕੋਗੇ ਸਪਾਈਨ ਨੂੰ ਆਪਣੇ ਹਿਸਾਬ ਨਾਲ ਮੋਡੀਫਾਈ ਹੋਣਾ ਪੈਣਾ, ਤੇ ਉਹ ਜਿਹੜਾ ਸਪਾਈਨੋਪੈਲਵਿਕ ਐਂਗਲ 'ਚ ਜਿਹੜਾ ਚੇਂਜ ਆਉਂਦਾ ਉਹਦੇ ਨਾਲ ਲੋਅਰ ਲੰਬਰ ਸਪਾਈਨ ਤੇ ਕਾਫੀ ਸਟ੍ਰੈਸ। ਮਤਲਬ ਮੈਂ ਸਮਝ ਰਿਹਾ ਕਿ ਜਿਹੜੀਆਂ ਲੇਡੀ 6-6 ਇੰਚ ਦੀ ਹੀਲ ਪਾਉਂਦੀਆਂ ਨੇ ਫਿਰ ਤਾਂ ਲੰਬਾ ਖਤਰਾ ਲੈ ਰਹੀਆਂ ਨੇ ਆਪਣੇ ਵਾਸਤੇ। ਖਤਰਾ ਉਹ ਜੇ ਪੂਰਾ ਦਿਨ ਪਾ ਰਹੀਆਂ ਦੈਨ ਇਟਸ ਅ ਟਰਬਲ। ਮਤਲਬ ਨਾਰਮਲ ਹਾਈਟ ਹੋਣੀ ਚਾਹੀਦੀ। ਧੰਨਵਾਦ ਡਾਕਟਰ ਸਾਹਿਬ, ਕਿਉਂਕਿ ਤੁਹਾਨੂੰ ਛੱਡਣ ਦਾ ਜੀ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਬਹੁਤ ਸਾਰੇ ਤੁਹਾਡੇ ਤੋਂ ਅਸੀਂ ਗਿਆਨ ਹਾਸਲ ਕਰ ਲੈਣਾ ਚਾਹੁੰਦੇ, ਪਰ ਤੁਹਾਡਾ ਟਾਈਮ ਸਾਨੂੰ ਪਤਾ ਹੈ ਕਿ ਬਹੁਤ ਕੀਮਤੀ ਹੈ। ਅਸੀਂ ਇਸ ਪੂਰਾ ਜੋ ਸ਼ੋਅ ਕੀਤਾ ਇਸ ਦਾ ਮਕਸਦ ਇੱਕੋ ਇੱਕ ਸੀ ਕਿ ਜਿਵੇਂ ਅਸੀਂ ਗੱਲਬਾਤ ਵੀ ਕਰ ਰਹੇ ਸੀ ਕਿ ਜੇ ਤੁਸੀਂ ਆਪਣੇ ਸਰੀਰ ਦੇ ਲਈ, ਆਪਣੇ ਪਰਿਵਾਰ ਦੇ ਲਈ, ਆਪਣੇ ਕੰਫਰਟ ਦੇ ਲਈ ਲਗਜ਼ਰੀ ਚੀਜ਼ਾਂ ਖਰੀਦ ਸਕਦੇ ਹੋ, ਗੱਡੀ ਹੋ ਗਿਆ, ਸੂਟ ਹੋ ਗਿਆ, ਬੂਟ ਹੋ ਗਿਆ, ਸਾਰਾ ਕੁਝ ਖਰੀਦ ਸਕਦੇ ਹੋ, ਤਾਂ ਜੋ ਤੁਹਾਡੇ ਸਰੀਰ ਦੇ ਨਾਲ ਖਾਸ ਕਰਕੇ ਸਪਾਈਨ ਦੇ ਤੇ ਨਿਊਰੋ ਦੇ ਨਾਲ ਜੁੜੀਆਂ ਜੋ ਸਮੱਸਿਆਵਾਂ ਅੱਜ ਵੀ ਆ ਰਹੀਆਂ ਨੇ, ਕਿਰਪਾ ਕਰਕੇ ਡਾਕਟਰ ਕੋਲ ਪਹੁੰਚੋ, ਹੀਲਿੰਗ ਵਾਲਿਆਂ ਕੋਲ ਜਾਓ, ਕਿਸੇ ਹੋਰ ਕੋਲ ਜਾਓ, ਪਰ ਆਪਣੀ ਸਿਹਤ ਨੂੰ ਕੰਪਰੋਮਾਈਜ਼ ਬਿਲਕੁਲ ਨਾ ਕਰੋ। ਇਹ ਤੁਹਾਡੇ ਲਈ ਤਾਂ ਦਿੱਕਤ ਦੇਗਾ, ਪੂਰੇ ਪਰਿਵਾਰ ਨੂੰ ਇਹ ਡਿਸਟਰਬ ਕਰਕੇ ਰੱਖ ਦੇਗਾ। ਇਸ ਕਰਕੇ ਸਾਡੀ ਅਪੀਲ ਹੈ ਕਿ ਆਪਣੀ ਸਿਹਤ ਸਭ ਤੋਂ ਅੱਗੇ ਰੱਖੋ। ਕਹਿੰਦੇ ਨੇ ਕਿ ਸਿਹਤ ਜ਼ਰੂਰੀ ਹੈ, ਤਾਂ ਹੀ ਦੁਨੀਆ ਦੇ ਸਾਰੇ ਖੁਸ਼ੀਆਂ ਖੇੜੇ ਤੁਹਾਡੇ ਹਾਸਲ ਹੋਣਗੇ। ਧੰਨਵਾਦ।